श्री गुरु अमरदास महाराज जियां दा जीवन पढ़ो सुनो, ਉਹਦੇ ਵਿੱਚੋਂ ਸਾਧ ਸੰਗਤ ਸਿੱਖਣਾ ਜ਼ਰੂਰੀ ਹੈ। ਜਿੰਨੀ ਦੇਰ ਆਪਾਂ ਸਿੱਖ ਨਹੀਂ ਰਹੇ ਉਨੀ ਦੇਰ ਕੋਈ ਫਾਇਦਾ ਨਹੀਂ ਹੋਏਗਾ। ਪਾਤਸ਼ਾਹ ਨੇ ਜਪਜੀ ਸਾਹਿਬ ਅੰਦਰ ਬਚਨ ਕਿਹਾ, ਭਾਈ ਤੂੰ ਭਾਵੇਂ ਗਾਉਣ ਵਾਲਾ ਹੈ ਭਾਵੇਂ ਸੁਣਨ ਵਾਲਾ ਹੈ, ਇੱਕ ਮਨੋਰਥ ਹੈ ਤੇਰੇ ਅੰਦਰ ਭਾਵ ਪੈਦਾ ਹੋਵੇ, ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋਵੇ, ਫਿਰ ਤੈਨੂੰ ਕੋਈ ਪ੍ਰਾਪਤੀ ਹੋਏਗੀ। ਜੇ ਭਾਵ ਤੇ ਪ੍ਰੇਮ ਨਾ ਪੈਦਾ ਹੋਇਆ ਕੁਝ ਵੀ ਨਹੀਂ ਪ੍ਰਾਪਤ ਹੋਇਆ। मैं सवेरे भी बेनती कही दरबार साहब तो जपजी साहब में तुसीं ये पढ़ते हो, गाउण वाले दा उदों गाउणा सिफत सलाह कीती सफल है, जपण वाले दा सुनन वाले दा उदों सुनिया परवान है, जदों सुनन वाले दे अंदर प्रेम पैदा हो जाए। जिन्हों महाराज कहने गावीए सुनीए मन रखीए भाओ, पढ़ो गावीए सुनीए मन रखीए। गाउण वाला होवे, सुनने वाला होवे, भाव पैदा होवे। जे प्रेम नहीं पैदा हो रहा गुरु नाल तां साध संगत सारा ही समा व्यर्थ हो जाएगा, तुहाडी मनी भी वेस्ट, तुहाडा टाइम भी वेस्ट। पातशाह जे अंदर प्रेम पैदा होवे गुरु नाल फिर मिलदा की है? ਸਾਹਿਬ ਕਹਿੰਦੇ ਗਾਵੀਏ ਸੁਣੀਏ ਪੜੋ ਮਨ ਰੱਖੀਏ ਭਾਓ, ਦੁੱਖ ਪਰ ਹਰੈ ਸੁਖ ਘਰ ਲੈ ਜਾਏ। ਭਾਈ ਉਹਦੇ ਦੁੱਖ ਮਿਟ ਜਾਣਗੇ, ਉਹ ਸੁੱਖ ਗੁਰੂ ਦੇ ਕੋਲੋਂ ਆਪਣੇ ਹਿਰਦੇ ਘਰ ਵਿੱਚ ਲੈ ਜਾਏਗਾ। ਉਹਨੂੰ ਦੁਨੀਆ ਦੇ ਦੁੱਖਾਂ ਵਿੱਚ ਵੀ ਮਹਿਸੂਸ ਹੋਏਗਾ ਮੈਂ ਬਹੁਤ ਸੁਖੀ ਹਾਂ। ਉਹਨੂੰ ਘਾਟੇ ਵਿੱਚ ਵੀ ਐਂ ਲੱਗੇਗਾ ਮੈਨੂੰ ਕੋਈ ਘਾਟਾ ਨਹੀਂ ਪਿਆ। ਉਹਨੂੰ ਦੁੱਖ ਵਿੱਚ ਵੀ ਐ ਮਹਿਸੂਸ ਹੋਏਗਾ ਮੈਂ ਸੁਖੀ ਹੈ। ਪਾਤਸ਼ਾਹ ਕਹਿੰਦੇ ਨੇ ਜਿੱਦਣ ਗੁਰੂ ਦੇ ਕੋਲੋਂ ਸੁੱਖ ਪ੍ਰਾਪਤ ਹੋਇਆ ਉਦਣ ਦੁੱਖ ਵਿੱਚ ਵੀ ਤੂੰ ਸੁੱਖ ਮਨਾਉਣਾ ਸਿੱਖ ਜਾਏਗਾ। ਫਿਰ ਤੇਰੇ ਮਨ ਦੀ ਅਵਸਥਾ ਹੋਏਗੀ ਦੁੱਖ ਨਹੀਂ ਸਭ ਸੁਖੀ ਹੈ ਰੇ, ਇੱਕ ਇੱਕ ਹੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਨਹੀਂ ਤਾਂ ਸਾਧ ਸੰਗਤ ਜਿਹੜੇ ਬੰਦੇ ਜਿੱਤ ਦਾ ਜਸ਼ਨ ਢੋਲ ਵਜਾ ਵਜਾ ਕੇ ਮਨਾਉਂਦੇ ਨਾ ਵੀ ਅਸੀਂ ਜਿੱਤ ਗਏ, ਜਿੱਦਣ ਹਾਰ ਪੱਲੇ ਪੈਂਦੀ ਆ ਹਾਰਟ ਅਟੈਕ ਨਾਲ ਉਹ ਬੰਦਿਆਂ ਦੀ ਮੌਤ ਹੁੰਦੀ। ਕਿਉਂਕਿ ਜਿੱਤ ਦਾ ਜਸ਼ਨ ਇੰਨਾ ਗਹਿਰਾ ਡੀਪਲੀ ਲੈ ਗਏ, ਇੰਨੀ ਅਟੈਚਮੈਂਟ ਹੋ ਗਈ ਉਹਨਾਂ ਦੇ ਮਨ ਦੀ। ਜਿੱਦਣ ਜ਼ਿੰਦਗੀ ਵਿੱਚ ਹਾਰ ਪੱਲੇ ਪਈ ਉਹ ਬੰਦੇ ਹਾਰਟ ਅਟੈਕ ਨਾਲ ਮਰ ਗਏ। ਪਾਤਸ਼ਾਹ ਕਹਿੰਦੇ ਨੇ ਤੇਰੇ ਜੀਵਨ ਨੂੰ ਗੁਰੂ ਬਰਾਬਰ ਰੱਖ ਦਿੰਦਾ, ਤੈਨੂੰ ਦੁੱਖ ਹੋਵੇ ਸੁੱਖ ਹੋਵੇ ਹਰਖ ਹੋਵੇ ਸੋਗ ਹੋਵੇ, ਜਿੱਦਣ ਪ੍ਰੇਮ ਨਾਲ ਗੁਰੂ ਨੂੰ ਜਪਣ ਲੱਗ ਗਿਆ ਤੇਰੇ ਉੱਤੇ ਅਸਰ ਹੋਣਾ ਬੰਦ ਹੋ ਜਾਏਗਾ। ਇਹ ਨਹੀਂ ਕਿ ਜ਼ਿੰਦਗੀ 'ਚ ਦੁੱਖ ਨਹੀਂ ਆਉਣਗੇ, ਦੁੱਖ ਆਉਣਗੇ ਪਰ ਤੁਹਾਡੇ ਉੱਤੇ ਅਸਰ ਨਹੀਂ ਹੋਏਗਾ ਉਹ ਚੀਜ਼ ਦਾ। ਇਹ ਨਹੀਂ ਕਿ ਘਾਟਾ ਨਹੀਂ ਪਏਗਾ, ਨਾਮ ਜਪਣ ਵਾਲਿਆਂ ਨੂੰ ਵੀ ਘਾਟਾ ਪੈਂਦਾ, ਬਾਣੀ ਪੜਨ ਵਾਲਿਆਂ ਨੂੰ ਵੀ ਬਾਹਰੀ ਤੌਰ ਤੇ ਦੁੱਖ ਆਉਂਦੇ ਨੇ, ਪਰ ਸਾਧ ਸੰਗਤ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੇ। ਕਿਉਂ? ਉਹ ਗੁਰੂ ਦਾ ਉਪਦੇਸ਼ ਪ੍ਰੇਮ ਨਾਲ ਸੁਣ ਕੇ ਹਿਰਦੇ ਵਿੱਚ ਵਸਾ ਗਏ ਨੇ। ਉਹਨਾਂ ਤੇ ਫਿਰ ਲਾਗੂ ਹੋਣਾ ਜੇ ਸੁਖ ਦੇ ਤਾਂ ਤੁਝੇ ਆਰਾਧੀ। ਜੇ ਸੁੱਖ ਮਿਲਿਆ ਤਾਂ ਵੀ ਵਾਹਿਗੁਰੂ ਕਿਹਾ, ਜੇ ਦੁੱਖ ਮਿਲਿਆ ਤਾਂ ਵੀ ਵਾਹਿਗੁਰੂ ਕਿਹਾ। ਇਹ ਨਹੀਂ ਕਿ ਉਹ ਦੁੱਖ ਵੇਲੇ ਦਰ ਛੱਡ ਕੇ ਚਲੇ ਗਏ, ਕਿਸੇ ਬਾਬਿਆਂ ਕੋਲ ਚਲੇ ਗਏ, ਕਿਤੇ ਹੋਰ ਪਾਸੇ ਚਲੇ ਗਏ, ਧਾਗੇ ਤਵੀਤ ਲੈਣ ਲੱਗ ਪਏ। ਨਹੀਂ, ਅੱਧ ਨਾਲੋਂ ਵੱਧ ਦੁਨੀਆ ਸਾਧ ਸੰਗਤ ਲੋਕ ਭਰਮਾਂ ਦੇ ਸ਼ਿਕਾਰ ਨੇ। ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਬਾਲੀਵੁੱਡ ਦਾ ਐਕਟਰ ਹੈ, ਉਹਦਾ ਲੜਕਾ ਵੀ ਅੱਗੇ ਐਕਟਰ ਹੈ, ਦੋਵੇਂ ਮੀਆਂ ਬੀਬੀ ਸੰਸਦ ਰਹੇ ਨੇ, ਉਹਦੀ ਵਾਈਫ ਵੀ MP ਦੇ ਅਹੁਦੇ ਤੇ ਰਹੀ ਹੈ। ਇੰਨੇ ਅਮੀਰ, ਇੰਨੀ ਸ਼ੋਹਰਤ, ਇੰਨਾ ਸਭ ਕੁਝ ਹੁੰਦਿਆਂ ਬੰਦੇ ਗੁਲਾਮ ਨੇ ਤੇ ਸਾਧ ਸੰਗਤ ਮਾਨਸਿਕ ਤੌਰ ਤੇ ਮਾਨਸਿਕ ਬਿਮਾਰੀ ਦੇ ਗੁਲਾਮ ਨੇ। ਜਿਨ੍ਹਾਂ ਦੇ ਅੰਦਰ ਭਰਮ ਪੈਦਾ ਹੋ ਗਿਆ, ਉਹਦੇ ਮਨ ਵਿੱਚ ਭਰਮ ਪੈਦਾ ਹੋਇਆ। ਪਹਿਲਾਂ ਉਹਦੇ ਮਨ ਚ ਆਇਆ ਵੀ ਇੱਕੋ ਇੱਕ ਮੇਰਾ ਲੜਕਾ ਹੈ, ਮੈਂ ਉਸ ਲੜਕੀ ਨਾਲ ਵਿਆਹਣਾ ਜਿਹੜੀ ਪੂਰੀ ਦੁਨੀਆ ਤੋਂ ਸੁੰਦਰ ਹੋਵੇ, ਔਰ ਪੂਰੇ ਵਰਲਡ ਵਿੱਚੋਂ ਵਰਲਡ ਸੁੰਦਰੀ ਨਾਲ ਉਹਦੇ ਲੜਕੇ ਦਾ ਵਿਆਹ ਹੋਇਆ। ਜਦੋਂ ਉਹਨੇ ਵਰਲਡ ਸੁੰਦਰੀ ਲੱਭੀ, ਕਿਉਂਕਿ ਉਹ ਅਮੀਰ ਬੰਦਾ ਹੈ, ਤਾਂ ਸਾਧ ਸੰਗਤ ਦਾ ਵਿਆਹ ਤੋਂ ਪਹਿਲਾਂ ਮਾਨਸਿਕ ਰੋਗ ਕਿੱਥੇ ਜਾਣਗੇ? ਉਹਨੇ ਫਿਰ ਕਿਸੇ ਬ੍ਰਾਹਮਣ ਤੋਂ ਪੁੱਛ ਲਿਆ ਮੈਂ ਟੇਵਾ ਘਲਾਉਣਾ ਜੀ, ਆ ਦੇਖਿਓ ਮਾੜਾ ਜਿਹਾ ਸ਼ੁਭ ਦਿਹਾੜਾ। ਉਹਨਾਂ ਜਦੋਂ ਵੇਖਿਆ ਸ਼ੁਭ ਮਹੂਰਤ, ਉਹ ਕਹਿੰਦੇ ਜਿਹੜੀ ਲੜਕੀ ਨਾਲ ਤੂੰ ਵਿਆਹ ਕਰਨ ਲੱਗਾ ਇਹ ਮੰਗਲੀਕ ਹੈ। ਅੱਛਾ, ਉਹਨੂੰ ਇੰਨੀ ਸ਼ੌਹਰਤ ਮਿਲੀ, ਉਹ ਵਰਲਡ ਸੁੰਦਰੀ ਹੈ, ਉਹਦੇ ਸਿਰ ਉੱਤੇ
ਹੀਰਿਆਂ ਦਾ ਤਾਜ ਸਜਿਆ ਹੋਇਆ ਹੈ, ਉਹਨੂੰ ਪੂਰੇ ਵਰਲਡ ਨੇ ਐਕਸੈਪਟ ਕੀਤਾ ਹੋਇਆ ਹੈ। ਪੂਰੇ ਵਰਲਡ ਦੇ ਲੋਕ ਉਹਨੂੰ ਸੁੰਦਰ, ਵਰਲਡ ਦੀ ਸੁੰਦਰੀ ਕਹਿੰਦੇ ਨੇ। ਸਿਰ ਤੇ ਹੀਰਿਆਂ ਦਾ ਤਾਜ ਹੈ ਤੇ ਇੱਕ ਮਾਨਸਿਕ ਰੋਗ ਪੈਦਾ ਕਰਨ ਵਾਲਾ ਕਹਿ ਰਿਹਾ ਮੰਗਲੀਕ ਹੈ। ਕਹਿੰਦੇ ਜੀ ਫਿਰ ਕਹਿੰਦੇ ਜੇ ਇਹਦੇ ਨਾਲ ਕਿਸੇ ਦਾ ਵਿਆਹ ਹੋਇਆ ਉਹਨੇ ਮਰ ਜਾਣਾ। ਉਹ ਡਰ ਗਏ। ਕਹਿੰਦੇ ਜੀ ਫਿਰ ਕੀ ਹੋਣਾ ਚਾਹੀਦਾ? ਕਹਿੰਦੇ ਪਹਿਲਾਂ ਇਹਦਾ ਵਿਆਹ ਪਿੱਪਲ ਨਾਲ ਕਰੋ, ਪਿੱਪਲ ਦੇ ਦਰਖਤ ਨਾਲ। ਉਹਦਾ ਵਿਆਹ ਪਹਿਲਾਂ ਪਿੱਪਲ ਦੇ ਦਰਖਤ ਨਾਲ ਬੰਬੇ ਵਿੱਚ ਕੀਤਾ ਗਿਆ, ਫਿਰ ਉਹਨੇ ਆਪਣੇ ਲੜਕੇ ਨਾਲ ਉਹਦਾ ਵਿਆਹ ਕੀਤਾ। ਸਾਧ ਸੰਗਤ ਮਾਫ ਕਰਿਓ, ਜੇ ਉਹ ਵਾਕਈ ਅਪਸ਼ਗਨ ਦੋਸ਼ ਵਾਲੀ ਸੀ, ਉਹ ਵਾਕਈ ਮੰਗਲੀਕ ਸੀ, ਤਾਂ ਫਿਰ ਪਿੱਪਲ ਦਾ ਦਰਖਤ ਤਾਂ ਸੁੱਕ ਜਾਣਾ ਚਾਹੀਦਾ ਸੀ। ਉਹ ਦਰਖਤ ਅਜੇ ਵੀ ਨਹੀਂ ਸੁੱਕਿਆ। ਪਿੱਪਲ ਦਾ ਦਰਖਤ ਤਾਂ ਸੁੱਕ ਜਾਣਾ ਚਾਹੀਦਾ ਸੀ, ਉਹਦੇ ਨਾਲ ਵਿਆਹ ਹੋਇਆ। ਇੰਨੇ ਲੋਕ ਵਹਿਮਾਂ ਭਰਮਾਂ ਦੇ ਸ਼ਿਕਾਰ ਨੇ। ਗੁਰੂ ਕੋਲ ਆ ਕੇ ਗੁਰੂ ਦੀ ਮੱਤ ਸਿੱਖਣ ਦਾ ਭਾਵ ਹੈ ਇੱਥੇ ਸਿੱਖ ਦੇ ਮਨ ਵਿੱਚੋਂ ਗੁਰੂ ਭਰਮ ਦੂਰ ਕਰਦਾ। ਇੱਕ ਚੀਜ਼ ਸਿੱਖ ਦੇ ਅੰਦਰ ਵਿਸ਼ਵਾਸ ਪੈਦਾ ਹੁੰਦਾ, ਸਾਰੇ ਦਿਨ ਭਲੇ ਨੇ, ਕੋਈ ਦਿਨ ਮਾੜਾ ਨਹੀਂ, ਕੋਈ ਮੁਹੂਰਤ ਮਾੜਾ ਨਹੀਂ। ਜਦੋਂ ਤੁਹਾਨੂੰ ਰੱਬ ਦਾ ਨਾਮ ਚੇਤੇ ਆ ਜਾਏ ਸਭ ਕੁਝ ਭਲਾ ਹੀ ਭਲਾ ਹੈ। ਸਿੱਖ ਦੇ ਅੰਦਰ ਗੁਰੂ ਵਿਸ਼ਵਾਸ ਪੈਦਾ ਕਰਦਾ ਕਿ ਮਹਾਂ ਦਿਵਸ ਮੂਰਤ ਭਲੇ। ਮਹਾਂ ਦਾ ਅਰਥ ਮਹੀਨਾ, ਦਿਵਸ ਦਾ ਅਰਥ ਦਿਨ, ਮੁਹੂਰਤ ਦਾ ਅਰਥ ਸਾਰੇ ਮੁਹੂਰਤ ਚੰਗੇ ਨੇ, ਕੋਈ ਮੁਹੂਰਤ ਮਾੜਾ ਨਹੀਂ ਹੈ। ਪੜੋ ਕਦੋਂ ਚੰਗੇ ਨੇ ਵੀ ਸੁਣਿਓ। ਕਹਿੰਦੇ ਮਹਾਂ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ। ਇੱਕ ਵਾਰ ਪੜੋ ਤੁਹਾਨੂੰ ਯਾਦ ਰਹੇਗਾ। ਮਹਾਂ ਦਿਵਸ ਮੂਰਤ ਭਲੇ ਜਿਸ ਕਉ ਨਦਰ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਇਹ ਉਪਦੇਸ਼ ਆਪਾਂ ਸੁਣਿਆ। ਹੁਣ ਜਦੋਂ ਤੁਸੀਂ ਆਪਣੇ ਬੱਚੇ ਬੱਚੀ ਦਾ ਵਿਆਹ ਕਰੋਗੇ, ਪੁੱਛਣ ਨਹੀਂ ਜਾਓਗੇ ਪੰਡਤ ਕੋਲ ਕਿ ਮੰਗਲੀਕ ਹੈ ਜੀ, ਟੇਵਾ ਘਲਾਉਣ ਨਹੀਂ ਜਾਓਗੇ ਜੀ, ਵੇਖਿਓ ਮਾੜਾ ਜਿਹਾ ਇਹਨਾਂ ਦੀਆਂ ਕੁੰਡਲੀਆਂ ਰਲਦੀਆਂ ਨੇ। ਜਿਨ੍ਹਾਂ ਦੀਆਂ ਕੁੰਡਲੀਆਂ ਰਲੀਆਂ ਮਾਫ ਕਰਿਓ, ਉਹਨਾਂ ਪੈਸੇ ਲੈ ਕੇ ਕਿਹਾ ਕੁੰਡੀਆਂ ਰਲ ਗਈਆਂ ਨੇ, ਜੇ ਪੈਸੇ ਨਾ ਦਿਓ ਤੇ ਕੁੰਡਲੀਆਂ ਰਲਦੀਆਂ ਨਹੀਂ। ਜਿਨ੍ਹਾਂ ਦੀਆਂ ਕੁੰਡਲੀਆਂ ਰਲਾਉਣ ਵਾਲਿਆਂ ਨੇ ਰਲਾਈਆਂ, ਉਹਨਾਂ ਦੇ ਮਾਫ ਕਰਿਓ ਦੂਜੇ ਮਹੀਨੇ ਤਲਾਕ ਹੋ ਗਏ। ਆ ਬੜੇ ਅਮੀਰ ਬੰਦੇ ਨੇ ਲੁਧਿਆਣੇ, ਉਹਨਾਂ ਦਾ ਸਾਈਕਲ ਐਕਸਪੋਰਟ ਹੁੰਦਾ ਹੈ। ਲੜਕੇ ਦਾ ਵਿਆਹ ਕੀਤਾ, ਪਹਿਲਾਂ 1.5 ਮਹੀਨੇ ਕੁੰਡਲੀਆਂ ਮਿਲਾਉਂਦੇ ਰਹੇ। ਕੁੰਡਲੀਆਂ ਮਿਲਾ ਲਈਆਂ, ਉਹ ਵੀ ਸਾਹਮਣੇ ਅਮੀਰ ਸੀ, ਵਿਆਹ ਹੋ ਗਿਆ। ਤੇ ਸਭ ਤੋਂ ਵੱਡਾ ਗਿਫਟ ਉਹਨੇ ਉਹ ਨਵੇਂ ਵਿਆਹ ਬੱਚੇ ਨੂੰ, ਜੋੜੀ ਨੂੰ ਪਤਾ ਕੀ ਦਿੱਤਾ? ਸਵਿਟਜ਼ਰਲੈਂਡ ਦਾ ਵੀਜ਼ਾ ਲਵਾ ਕੇ ਟਿਕਟਾਂ ਦਿੱਤੀਆਂ ਵੇ ਹਨੀਮੂਨ ਘੁੰਮਣ ਫਿਰਨ ਜਾਓ ਸਵਿਟਜ਼ਰਲੈਂਡ। ਤੁਸੀਂ ਹੈਰਾਨ ਹੋਵੋਗੇ 15 ਦਿਨਾਂ ਬਾਅਦ ਉਹ ਵਿਆਹਿਆ ਜੋੜਾ ਵਾਪਸ ਆਉਂਦਾ। ਦਿੱਲੀ ਤੋਂ ਲੜਕੀ ਆਪਣੇ ਘਰ ਤੇ ਲੜਕਾ ਆਪਣੇ ਘਰ, ਡਿਵੋਰਸ ਹੋ ਗਿਆ। 6 ਕਰੋੜ ਰੁਪਈਆ ਵਿਆਹ ਤੇ ਲੱਗਾ, ਡਿਵੋਰਸ ਹੋ ਗਿਆ। ਕਿੱਧਰ ਗਈਆਂ ਕੁੰਡਲੀਆਂ? ਸਿੱਖ ਇਹਨਾਂ ਭਰਮਾਂ 'ਚ ਨਹੀਂ ਪੈਂਦਾ। ਗੁਰੂ ਦੀ ਮੱਤ ਸਿੱਖਣ ਆਏ ਆ। ਗੁਰੂ ਸਿੱਖ ਨੂੰ ਇਹ ਸਮਝਾਉਂਦਾ, ਸਿੱਖਾ ਕੋਈ ਦਿਨ ਮਾੜਾ ਨਹੀਂ, ਕੋਈ ਮੁਹੂਰਤ ਮਾੜਾ ਨਹੀਂ, ਉਹ ਕੋਈ ਵੀ ਸਮਾਂ ਮਾੜਾ ਨਹੀਂ। ਜਦੋਂ ਨਾਮ ਚੇਤੇ ਆ ਜਾਏ ਸਭ ਭਲਾ ਹੀ ਭਲਾ ਹੈ। ਮਹਾਰਾਜ ਜੇ ਰੱਬ ਦਾ ਨਾਮ ਨਹੀਂ ਚੇਤੇ, ਫਿਰ ਪਾਤਸ਼ਾਹ ਕਹਿੰਦੇ ਦਿਨ ਮੁਹੂਰਤ ਦੀ ਗੱਲ ਛੱਡ, ਉਹ ਤਾਂ ਰੁੱਤ ਵੀ ਪੂਰੀ ਦੀ ਪੂਰੀ ਮਾੜੀ ਹੈ ਸੱਜਣਾ ਜੇ ਰੱਬ ਦਾ ਨਾਮ ਨਾ ਚੇਤੇ ਆਵੇ। ਇਹਨੂੰ ਮਹਾਰਾਜ ਬਚਨ ਕਹਿੰਦੇ ਨੇ, ਫਿੱਟ ਭੁਲੇਰੀ ਨਾਨਕਾ। ਭਾਈ ਉਹ ਰੁੱਤ ਜਿਹੜੀ ਤੈਨੂੰ ਰੱਬ ਦੇ ਨਾਮ ਤੋਂ ਤੂੰ ਟੁੱਟ ਗਿਆ, ਉਹ ਰੁੱਤ ਹੀ ਮਾੜੀ ਹੈ। ਇਸ ਲਈ ਗੁਰੂ ਦੇ ਨਾਮ ਨਾਲ ਜੁੜਨਾ। ਅੱਜ ਆਪਾਂ ਉਪਦੇਸ਼ ਸਿੱਖਣ ਆਏ, ਗੁਰੂ ਦੇ ਨਾਮ ਨਾਲ ਜੁੜਨਾ, ਰੱਬ ਨੂੰ ਮਿਲਣ ਵਾਸਤੇ, ਵਹਿਮ ਭਰਮ ਤੋਂ ਮੁਕਤ ਹੋਣਾ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ 22 ਵਾਰ ਇੱਥੇ ਆਏ। ਗੁਰੂ ਅਮਰਦਾਸ ਮਹਾਰਾਜ ਉਦੋਂ ਗੁਰੂ ਨਹੀਂ ਬਣੇ। 22 ਵਾਰ ਗੰਗਾ ਦੀ ਯਾਤਰਾ ਤੇ ਤੁਹਾਡਾ ਲਿਖਿਆ ਇਤਿਹਾਸ ਕਹਿੰਦਾ ਇਸ ਜਗ੍ਹਾ ਤੇ ਗੁਰੂ ਬਣਨ ਤੋਂ ਪਹਿਲਾਂ 22 ਵਾਰ ਆਏ। ਔਰ ਸਾਧ ਸੰਗਤ ਜਿੱਦਣ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੁਰਤਕ ਗੱਦੀ ਤੇ ਵਿਰਾਜਮਾਨ ਹੋਏ, ਜਿੰਨੀ ਦੇਰ ਗੁਰੂ ਨਹੀਂ ਬਣੇ ਉਨੀ ਦੇਰ ਸਧਾਰਨ ਜਿਹਾ ਇੱਕ ਜੋਗੀ ਇਹ ਗੱਲ ਕਹਿੰਦਾ ਗੁਰੂ ਅਮਰਦਾਸ ਮਹਾਰਾਜ ਨੂੰ, ਬਾਬਾ ਅਮਰਦਾਸ ਤੇਰੇ ਹੱਥੋਂ ਪ੍ਰਸ਼ਾਦਾ ਛਕ ਕੇ ਮੇਰਾ ਜਪ ਤਾਂ ਭੰਗ ਹੋ ਗਿਆ, ਤੂੰ ਨਿਗੋਰਾ ਹੈ। ਇੱਕ ਸਧਾਰਨ ਜਿਹਾ ਨਾਥ ਜੋਗੀ ਕਹਿੰਦਾ ਬਾਬਾ ਤੇਰੇ ਹੱਥੋਂ ਭੋਜਨ ਛਕ ਕੇ ਮੇਰਾ ਜਪ ਤਾਂ ਭੰਗ ਹੋ ਗਿਆ। ਜਿੱਦਣ ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਏ ਉਦਣ ਭੱਟ ਕਹਿੰਦੇ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸਭ ਕੁਝ ਪਤਾ ਕਿਉਂ ਹੋਇਆ? ਕਿਉਂਕਿ ਗੁਰੂ ਦੀ ਮੱਤ ਗ੍ਰਹਿਣ ਕਰ ਲਈ।
ਇਹਦਾ ਮਤਲਬ 22 ਵਾਰ ਯਾਤਰਾ ਨੇ ਕਰਮ ਨਹੀਂ ਬਦਲੇ। ਜਿੱਦਣ ਗੁਰੂ ਧਾਰਨ ਕੀਤਾ ਉਦਣ ਕਰਮ ਤਬਦੀਲ ਹੋ ਗਏ, ਉਦਣ ਬਾਬਾ ਅਮਰਦਾਸ ਨਿਰੰਕਾਰ ਹੋ ਗਏ। 22 ਵਾਰ ਗੰਗਾ ਦੀ ਯਾਤਰਾ ਨੇ ਨਿਮਾਣਿਆਂ ਦੇ ਮਾਣ ਨਹੀਂ ਬਣਾਇਆ ਗੁਰੂ ਅਮਰਦਾਸ ਮਹਾਰਾਜ ਨੂੰ। ਜਿੱਦਣ ਗੁਰੂ ਵਾਲੇ ਬਣ ਗਏ ਉਦਣ ਗੁਰੂ ਅੰਗਦ ਸਾਹਿਬ ਨੇ ਕਿਹਾ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨੇ ਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ, ਨੇ ਗੱਤਿਆਂ ਦੀ ਗੱਤ ਗੁਰੂ ਅਮਰਦਾਸ, ਨੇ ਪੱਤਿਆਂ ਦੀ ਪੱਤ ਗੁਰੂ ਅਮਰਦਾਸ, ਨੇ ਧਿਰਿਆਂ ਦੀ ਧਿਰ ਗੁਰੂ ਅਮਰਦਾਸ। 12 ਬਖਸ਼ਿਸ਼ਾਂ ਕੀਤੀ। ਇਹ ਕਿਉਂ ਹੋਈਆਂ ਭਾਈ? ਇਹਦੇ ਪਿੱਛੇ ਰੀਜਨ ਸੁਣਿਓ ਹੁਣ। ਜੇ ਰੱਬ ਨੂੰ ਮਿਲਣਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਪਹਿਲੀ ਗੱਲ ਤੈਨੂੰ ਲਾਜ ਛੱਡਣੀ ਪੈਣੀ ਹੈ, ਲੋਕ ਲਾਜ। ਧਰਮ ਦੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਜਿਹੜੀ ਲੋਕ ਲਾਜ ਹੈ ਨਾ, ਉਹ ਰੁਕਾਵਟ ਬਣਦੀ ਹੈ। ਅੱਛਾ, ਦੋ ਚੀਜ਼ਾਂ ਨੇ, ਇਹਨੂੰ ਨੁਕਤਾ ਤੁਹਾਡੇ ਕੰਮ ਆਏਗਾ। ਇੱਕ ਲਾਜ ਹੋਣੀ ਚਾਹੀਦੀ ਹੈ, ਇੱਕ ਲਾਜ ਗਵਾਉਣੀ ਚਾਹੀਦੀ ਹੈ। ਦੋ ਤਰ੍ਹਾਂ ਦੀ ਲਾਜ ਹੈ। ਜੇ ਆਪਾਂ ਲਾਜ ਨੂੰ ਆਪਣੇ ਸ਼ਬਦ 'ਚ ਕਹੀਏ, ਆਪਣੀ ਭਾਸ਼ਾ 'ਚ, ਤਾਂ ਸ਼ਰਮ। ਇੱਕ ਸ਼ਰਮ ਰੱਖਣੀ ਚਾਹੀਦੀ ਹੈ, ਇੱਕ ਸ਼ਰਮ ਛੱਡਣੀ ਚਾਹੀਦੀ ਹੈ। ਇੱਕ ਸ਼ਰਮ ਰੱਖਣੀ ਚਾਹੀਦੀ, ਜੇ ਉਹ ਸ਼ਰਮ ਗਵਾਚ ਜਾਏ ਬੰਦੇ ਦਾ ਧਰਮ ਗਵਾਚ ਜਾਂਦਾ। ਇੱਕ ਸ਼ਰਮ ਤਿਆਗਣੀ ਪੈਂਦੀ ਹੈ, ਜੇ ਉਹ ਤਾਂ ਸ਼ਰਮ ਨਾ ਤਿਆਗੇ ਉਹ ਧਰਮ ਕਮਾ ਨਹੀਂ ਸਕਦਾ। ਇਹਨੂੰ ਫਿਰ ਸਮਝੋ, ਦੋ ਤਰ੍ਹਾਂ ਦੀ ਸ਼ਰਮ ਹੈ। ਇੱਕ ਸ਼ਰਮ ਤਿਆਗਣੀ ਪਏਗੀ, ਫਿਰ ਤੁਸੀਂ ਧਰਮੀ ਹੋਵੋਗੇ। ਇੱਕ ਸ਼ਰਮ ਰੱਖਣੀ ਪਏਗੀ, ਫਿਰ ਤੁਹਾਡਾ ਧਰਮ ਬਚੇਗਾ। ਜੇ ਉਹ ਸ਼ਰਮ ਨਾ ਰੱਖੀ ਤਾਂ ਧਰਮ ਗਵਾਚ ਜਾਣਾ, ਜੇ ਉਹ ਸ਼ਰਮ ਨਾ ਛੱਡੀ ਤਾਂ ਧਰਮੀ ਨਹੀਂ ਹੋ ਸਕੋਗੇ। ਇਹਨੂੰ ਹੁਣ ਸੁਣਿਓ ਕਿਹੜੀ। ਜੇ ਰੱਬ ਨੂੰ ਮਿਲਣਾ, ਪਹਿਲੀ ਸ਼ਰਮ ਜਿਹੜੀ ਤਿਆਗਣੀ ਹੈ, ਉਹਨੂੰ ਕਹਿੰਦੇ ਨੇ ਲੋਕ ਲਾਜ। ਲੋਕੀ ਕੀ ਕਹਿਣਗੇ, ਦੁਨੀਆ ਕੀ ਕਹੇਗੀ, ਇਹ ਛੱਡਣਾ ਪੈਂਦਾ। ਜੇ ਲੋਕਾਂ ਦੀ ਸ਼ਰਮ ਰੱਖ ਲਈ ਨਾ, ਫਿਰ ਧਰਮ ਨਹੀਂ ਕਮਾ ਸਕਦੇ। ਇਤਿਹਾਸ ਕਹਿੰਦਾ 60 ਸਾਲ ਦੀ ਉਮਰ ਹੈ, ਚਿੱਟਾ ਸ਼ਮਸ਼ਦਾੜ ਹੈ, ਆਪਣੇ ਧੀਆਂ ਦੀ ਉਮਰ 9 ਦੇ ਸਾਹਮਣੇ ਹੱਥ ਜੋੜ ਕੇ 60 ਸਾਲ ਦਾ ਬਜ਼ੁਰਗ ਖੜਾ ਹੈ, ਆਪਣੀ 9 ਨੂੰ ਹੱਥ ਜੋੜ ਕੇ ਕਹਿੰਦਾ, ਧੀਏ ਮੈਨੂੰ ਵੀ ਉਸ ਗੁਰੂ ਕੋਲ ਲੈ ਜਾ ਜਿਹਦਾ ਤੂੰ ਸ਼ਬਦ ਪੜ੍ਹ ਰਹੀ। 60 ਸਾਲ ਦਾ ਬਜ਼ੁਰਗ ਹੈ, ਚਿੱਟਾ ਦਾੜ ਹੈ, ਆਪਣੇ ਧੀਆਂ ਦੀ ਉਮਰ ਦੀ 9 ਨੂੰ ਹੱਥ ਜੋੜ ਕੇ ਕਹਿੰਦਾ, ਧੀਏ ਮੈਨੂੰ ਵੀ ਉਸ ਗੁਰੂ ਕੋਲ ਲੈ ਕੇ ਜਾ ਜਿਸ ਗੁਰੂ ਦਾ ਤੂੰ ਸ਼ਬਦ ਪੜ੍ਹਿਆ। ਮਾਫ ਕਰਿਓ, ਇਹ ਲੋਕ ਲਾਜ ਛੱਡੀ ਨਹੀਂ ਤੇ ਹੋਰ ਕੀ ਹੈ। ਦੁਨਿਆਵੀ ਤੌਰ ਤੇ ਕਿਹੜਾ ਸਹੁਰਾ ਆ ਜੀ ਜਿਹੜਾ ਨਹੁੰ ਦੇ ਅੱਗੇ ਹੱਥ ਜੋੜਦਾ? ਅਸੀਂ ਤਾਂ ਨੋਹਾਂ ਵਿੱਚ ਨੁਕਸ ਕੱਢਣੇ ਸਿੱਖੇ ਨੇ। ਭਾਵੇਂ 15-15 20-20 ਸਾਲ ਤੁਹਾਨੂੰ ਰੋਟੀਆਂ ਪ੍ਰਸ਼ਾਦੇ ਬਣਾ ਕੇ ਖਿਲਾਈ ਜਾਣ, ਧੀ ਦੀ ਸੇਵਾ ਯਾਦ ਹੈ, ਨੋਹਾਂ ਦੀ ਸੇਵਾ ਸਾਨੂੰ ਯਾਦ ਨਹੀਂ ਰਹਿੰਦੀ। ਆਪਾਂ ਨੋਹਾਂ ਵਿੱਚ ਨੁਕਸ ਕੱਢੀਦੇ ਨੇ। ਪਰ ਸਾਧ ਸੰਗਤ, ਇਹ ਧਰਮ ਦੀ ਗੱਲ ਹੈ। ਬਾਬੇ ਅਮਰਦਾਸ ਜੀ ਦੀ ਉਮਰ 60 ਸਾਲ ਦੀ ਹੈ, ਧੀਆਂ ਦੀ ਉਮਰ ਦੀ 9 ਬੀਬੀ ਉਮਰ ਅੱਗੇ ਹੱਥ ਜੋੜ ਕੇ ਕਹਿੰਦੇ ਨੇ, ਕਹਿੰਦੇ ਧੀਏ ਜਿਹਦਾ ਸ਼ਬਦ ਪੜਿਆ ਮੈਨੂੰ ਵੀ ਉਸ ਗੁਰੂ ਕੋਲ ਲੈ ਜਾ। ਮਨ 'ਚ ਲੋਕ ਲਾਜ ਨਹੀਂ ਰੱਖੀ, ਮੈਂ 9 ਦੇ ਸਾਹਮਣੇ ਹੱਥ ਜੋੜਾਂ, ਮੈਂ 9 ਨੂੰ ਕਹਾਂ ਕਿ ਮੈਨੂੰ ਧਰਮ ਦੀ ਗੱਲ ਸਿਖਾ। ਲੋਕ ਲਾਜ ਤਿਆਗ ਦਿੱਤੀ। ਔਰ ਜਿੱਦਣ ਬੀਬੀ ਅਮਰੋ ਆਪਣੇ ਸਹੁਰੇ ਸਮਾਨ ਸਹੁਰੇ ਬਾਬੇ ਅਮਰਦਾਸ ਨੂੰ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਲੈ ਕੇ ਗਏ, ਬਾਬਾ ਅਮਰਦਾਸ ਮੱਥਾ ਟੇਕਣ ਲਈ ਲਾਈਨ ਵਿੱਚ ਖਲੋ ਗਏ। ਹੁਣ ਸੁਣਿਓ, ਲੋਕ ਲਾਜ ਤਿਆਗਣੀ ਪੈਂਦੀ ਹੈ ਜੇ ਰੱਬ ਨੂੰ ਮਿਲਣਾ। ਜਦੋਂ ਕਤਾਰ ਵਿੱਚ ਖਲੋ ਗਏ, 5 ਜਣੇ ਮੋਹਰੇ ਮੱਥਾ ਟੇਕਣ ਵਾਲੇ ਰਹਿ ਗਏ। ਬਾਬੇ ਅਮਰਦਾਸ ਦੀ ਵਾਰੀ ਆ ਗਈ, ਉਹਨਾਂ ਦੇ ਪਿੱਛੇ 20 ਸੰਗਤ ਦੀ ਲਾਈਨ ਲੱਗੀ ਹੈ। ਤਖਤ ਤੇ ਬੈਠੇ ਗੁਰੂ ਅੰਗਦ ਦੇ ਮਹਾਰਾਜ ਦੀ ਨਜ਼ਰ ਪਈ, ਸਾਡੇ ਕੁੜਮ ਸਾਹਿਬ ਲਾਈਨ ਵਿੱਚ ਲੱਗੇ ਹੋਏ ਨੇ। ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਤਖਤ ਤੋਂ ਉੱਠ ਖੜੇ, ਸੰਗਤ ਨੂੰ ਰੋਕ ਦਿੱਤਾ। ਮਹਾਰਾਜ ਤੁਰ ਕੇ ਗਏ, ਹੱਥ ਜੋੜ ਕੇ ਕਹਿੰਦੇ ਬਾਬੇ ਅਮਰਦਾਸ ਨੂੰ, ਕਹਿੰਦੇ ਜੀ ਤੁਸੀਂ ਤਾਂ ਸਾਡੇ ਕੁੜਮ ਲੱਗਦੇ ਹੋ, ਲਾਈਨ ਵਿੱਚ ਕਿਉਂ ਖੜੇ ਹੋ? ਕੁੜਮ ਲਾਈਨਾਂ ਵਿੱਚ ਲੱਗ ਕੇ, ਕਤਾਰਾਂ ਵਿੱਚ ਲੱਗ ਕੇ ਨਹੀਂ ਮਿਲਦੇ ਹੁੰਦੇ, ਤੁਸੀਂ ਸਿੱਧੇ ਆਓ ਨਾ ਜੇ ਮਿਲਣਾ, ਤੁਸੀਂ ਲਾਈਨ ਵਿੱਚ ਕਿਉਂ ਖੜੇ ਹੋ? ਬਾਬੇ ਅਮਰਦਾਸ ਨੇ ਹੱਥ ਜੋੜ ਕੇ ਅੱਖਾਂ ਭਰ ਕੇ ਕਿਹਾ, ਹੇ ਗੁਰੂ ਅੰਗਦ ਦੇ ਮਹਾਰਾਜ, ਕਹਿੰਦੇ ਪਾਤਸ਼ਾਹ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਜਿੱਦਣ ਕੁੜਮ ਬਣ ਕੇ ਆਇਆ ਸੀ ਉਦਣ ਭਤੀਜਾ ਵਿਆਹੁਣ ਆਏ ਸੀ, ਮੈਂ ਗੱਲ ਲੱਗ ਕੇ ਮਿਲਣੀ ਵੀ ਕੀਤੀ। ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ ਬਣ ਕੇ ਆਇਆ। ਮਹਾਰਾਜ ਅੱਜ ਮੈਨੂੰ ਕਤਾਰ ਵਿੱਚ ਖੜਾ ਰਹਿਣ ਦਿਓ।
ਇੱਥੇ ਸਾਧ ਸੰਗਤ ਮਾਫ ਕਰਿਓ, ਹੁਣ ਸ਼੍ਰੀ ਦਰਬਾਰ ਸਾਹਿਬ ਤੋਂ ਬੰਦ ਕੀਤਾ ਵੀ ਜਿਹੜੇ ਅੰਦਰ ਕੀਰਤਨ ਕਰਦੇ ਨੇ ਜਾਂ ਜਿਨ੍ਹਾਂ ਦੀ ਅੰਦਰ ਦੀ ਸੇਵਾ ਹੈ ਉਹੀ ਵੱਖਰੇ ਰਸਤੇ ਤੋਂ ਜਾਣਗੇ, ਆਮ ਬੰਦੇ ਨੂੰ ਜਾਣਾ ਬੰਦ ਕਰ ਦਿੱਤਾ। ਨਹੀਂ ਤਾਂ ਅਸੀਂ ਸਿਫਾਰਸ਼ਾਂ ਲੈ ਕੇ ਲੋਕ ਜਾਂਦੇ ਸੀ, ਮੈਂ MLA ਹਾਂ ਜੀ, ਮੈਂ MP ਹਾਂ ਜੀ, ਮੈਂ ਮੈਂਬਰ ਹਾਂ ਜੀ, ਮੈਨੂੰ ਦੂਜੇ ਰਸਤੇ ਲੰਘਾਓ। ਕਤਾਰ ਵਿੱਚ ਲੱਗਦਾ ਕੋਈ 2-2.5 ਘੰਟੇ ਲਾਈਨ 'ਚ ਖੜਦਾ ਕੋਈ ਮੱਥਾ ਟੇਕਣ ਨੂੰ? ਸਿਫਾਰਸ਼ ਭਾਲਦੇ ਨੇ ਲੋਕ ਕਿ ਸਿੱਧੇ ਅੱਗੇ ਚੱਲ ਜਾਈਏ, ਪਰ ਜੇ ਰੱਬ ਨੂੰ ਮਿਲਣਾ ਸਾਰੀਆਂ ਸਿਫਾਰਸ਼ਾਂ ਛੱਡਣੀਆਂ ਪੈਂਦੀਆਂ ਨੇ। ਉਹ ਸਿੱਖਾ ਆਮ ਸਿੱਖ ਬਣ ਕੇ ਆਈ, ਤੈਨੂੰ ਕਤਾਰ ਵਿੱਚ ਲੱਗ ਕੇ ਦਰਸ਼ਨ ਕਰਨ ਲਈ ਖਲੋ ਜਾਈ, ਮੇਰਾ ਵਿਸ਼ਵਾਸ ਹੈ ਗੁਰੂ ਤੈਨੂੰ ਆਪ ਦਰਸ਼ਨ ਦੇਗਾ। ਜੇ ਸਿਫਾਰਸ਼ਾਂ ਲੱਭਣੀਆਂ ਫਿਰ ਨਹੀਂ ਕੁਝ ਹੋਣਾ। ਕਈ ਵਾਰ ਪਾਤਸ਼ਾਹ ਦੇ ਚੰਦੋਏ ਉੱਤੇ ਲਿਖਿਆ ਹੁੰਦਾ, ਉਹ ਸਿੱਖਾ ਜੇ ਤੂੰ ਆਪਣਾ ਤਨ ਤੇ ਮਨ ਨਿਹਾਲ ਕਰਨਾ ਚਾਹੁੰਦਾ ਫਿਰ ਅੰਦਰ ਨਿਉ ਪੈਦਾ ਕਰ, ਅਰਦਾਸ ਕਰ ਗੁਰੂ ਦੇ ਅੱਗੇ, ਤੇਰੇ ਅੰਦਰ ਗੁਰੂ ਨੂੰ ਮਿਲਣ ਦਾ ਪ੍ਰੇਮ ਪੈਦਾ ਹੋਵੇ। ਜੇ ਪ੍ਰੇਮ ਨਾ ਪੈਦਾ ਹੋਇਆ ਤਨ ਮਨ ਨਿਹਾਲ ਨਹੀਂ ਹੋਣਾ। ਲੋਕੀ ਫੋਟੋਆਂ ਖਿੱਚ ਕੇ ਮੁੜ ਜਾਂਦੇ ਨੇ, ਮਿਲਦਾ ਨਹੀਂ ਕੁਝ ਵੀ। ਉਹਦੇ ਵਾਸਤੇ ਕਤਾਰ ਵਿੱਚ ਲੱਗ ਕੇ ਅਰਦਾਸ ਕਰੋ, ਮਹਾਰਾਜ ਮੇਰੇ ਅੰਦਰ ਪ੍ਰੇਮ ਪੈਦਾ ਕਰੋ। ਮੈਨੂੰ ਮਹਿਸੂਸ ਨਾ ਹੋਵੇ ਮੈਂ 1.5 ਘੰਟਾ ਲਾਈਨ ਵਿੱਚ ਖੜੇ, ਮੈਨੂੰ ਮਹਿਸੂਸ ਨਾ ਹੋਵੇ ਕਿ ਮੈਂ ਫਲਾਣੇ ਅਹੁਦੇ ਦਾ ਬੰਦਾ, ਮੈਂ ਵੀ ਸੰਗਤ ਵਿੱਚ ਆ ਕੇ ਮੱਥਾ ਟੇਕਾਂ, ਮੈਂ ਵੀ ਸੰਗਤੀ ਰੂਪ ਵਿੱਚ ਆਵਾਂ। ਮੇਰੇ ਅੰਦਰ ਨਿਹ ਪੈਦਾ ਕਰੋ। ਜਦੋਂ ਪ੍ਰੇਮ ਪੈਦਾ ਹੋ ਗਿਆ ਉਦੋਂ ਮਿਲਣਾ ਕੀ ਹੈ? ਉਦੋਂ ਪਾਤਸ਼ਾਹ ਕਈ ਵਾਰ ਸਿੱਧਾ ਹੀ ਚੰਦੋਏ ਤੇ ਪੰਕਤੀ ਲਿਖੀ ਹੁੰਦੀ ਹੈ, ਪੜ੍ਹ ਲਿਆ ਕਰੋ। ਸਿੱਧਾ ਹੀ ਫਿਰ ਗੁਰੂ ਹੁਕਮ ਕਰਦਾ ਕਿ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ, ਗੱਜ ਕੇ ਪੜੋ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ। ਫਿਰ ਬਦਲੇ 'ਚ ਕੀ ਮਿਲੇਗਾ? ਕਹਿੰਦੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਤੇਰਾ ਤਨ ਤੇ ਮਨ ਨਿਹਾਲ ਹੋ ਜਾਣਾ, ਪਰ ਸਿੱਖਾ ਪ੍ਰੇਮ ਪੈਦਾ ਹੋਵੇ। ਅਰਦਾਸ ਕਰ। ਅੱਜ ਬਾਬੇ ਅਮਰਦਾਸ ਦੇ ਮਨ 'ਚ ਪ੍ਰੇਮ ਪੈਦਾ ਹੋਇਆ, ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਅੱਜ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ, ਮੈਨੂੰ ਲਾਈਨ ਵਿੱਚ ਲੱਗਾ ਰਹਿਣ ਦਿਓ। ਫਿਰ ਗੁਰੂ ਅੰਗਦ ਦੇ ਮਹਾਰਾਜ ਵਾਪਸ ਹੋ ਕੇ ਤਖਤ ਤੇ ਬਹਿ ਗਏ। ਦੁਆਰਾ ਨਹੀਂ ਕਿਹਾ ਕਿ ਕੁੜਮ ਜੀ ਲਾਈਨ 'ਚ ਨਾ ਲੱਗੋ, ਬੁੱਝ ਗਏ ਅੰਦਰ ਦੀ ਗੱਲ। ਇਹ ਭਾਵਨਾ ਨਾਲ ਆਇਆ, ਬਾਬਾ ਅਮਰਦਾਸ ਪ੍ਰੇਮ ਨਾਲ ਆਇਆ। ਫਿਰ ਸ੍ਰੀ ਗੁਰੂ ਅੰਗਦ ਸਾਹਿਬ ਨੇ ਦਰਸ਼ਨ ਦਿੱਤੇ, ਮੱਥਾ ਟੇਕਿਆ ਅੱਜ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ। ਲੋਕਾਂ ਵੱਲੋਂ ਇਹ ਨਹੀਂ ਸੋਚਿਆ ਮੈਂ ਕੁੜਮ ਨੂੰ ਮੱਥਾ ਟੇਕਾਂ। ਦੱਸੋ ਭਾਈ, ਕੁੜਮ ਨੂੰ ਕੋਈ ਮੱਥਾ ਟੇਕਦਾ? ਉਹ ਵੀ ਫਿਰ ਉਹ ਕੁੜਮ ਹੋਵੇ ਜਿਹਦਾ ਲੜਕਾ ਲੜਕੀ ਵੱਲ ਵਿਆਹਿਆ ਹੋਵੇ। ਦੂਜੇ ਪਾਸੇ ਲੜਕੀ ਵਾਲੇ ਤਾਂ ਹੱਥ ਜੋੜ ਲੈਂਦੇ ਨੇ ਕਈ ਵਾਰ, ਲੜਕੇ ਵਾਲੇ ਤਾਂ ਆਕੜ 'ਚ ਰਹਿੰਦੇ, ਸਾਡਾ ਤਾਂ ਮੁੰਡਾ ਵਿਆਹਿਆ ਹੋਇਆ। ਲੜਕੀ ਵਾਲੇ 20 ਵਾਰ ਕੁੜਮਾਂ ਦੇ ਜਾਣਗੇ, ਲੜਕੇ ਵਾਲੇ ਲੜਕੀ ਦੇ ਘਰ ਨਹੀਂ ਜਾਂਦੇ, 1-2 ਵਾਰ ਜਾਣਗੇ। ਉਹ ਕਹਿੰਦੇ ਅਸੀਂ ਕਿਉਂ ਜਾਈਏ, ਆਕੜ 'ਚ ਹੋ ਜਾਂਦੇ ਨੇ। ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ। ਬਾਬੇ ਅਮਰਦਾਸ ਵੱਲੋਂ ਭਤੀਜਾ ਵਿਆਹਿਆ ਹੋਇਆ ਗੁਰੂ ਅੰਗਦ ਦੇ ਮਹਾਰਾਜ ਨੇ। ਚਿੱਤ ਵਿੱਚ ਇਹ ਨਹੀਂ ਆਇਆ ਮੈਂ ਕੁੜਮ ਨੂੰ ਮੱਥਾ ਟੇਕਣ ਲੱਗਾ, ਸਿਰ ਝੁਕਾ ਕੇ ਚਰਨਾਂ 'ਚ ਪੈਰ ਰੱਖ ਕੇ, ਸਿਰ ਰੱਖ ਕੇ ਪੈਰਾਂ 'ਚ ਮੱਥਾ ਟੇਕਿਆ। ਔਰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਦੱਸੋ ਬਾਬਾ ਅਮਰਦਾਸ ਜੀ ਕੀ ਚਾਹੀਦਾ? ਫਿਰ ਗੁਰੂ ਅੰਗਦ ਦੇ ਮਹਾਰਾਜ ਨੂੰ ਬਾਬਾ ਅਮਰਦਾਸ ਬੋਲੇ, ਕਹਿੰਦੇ ਜੀ ਸੇਵਾ ਦੇ ਦਿਓ ਮਹਾਰਾਜ, ਸੇਵਾ ਦੇ ਦਿਓ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਹਾ ਲੰਗਰ ਵਿੱਚ ਬਰਤਨ ਮਾਂਜਣ ਦੀ ਸੇਵਾ ਹੈ, ਕਰ ਲਓਗੇ? ਮਹਾਰਾਜ ਕਰ ਲਾਂਗਾ। ਝਾੜੂ ਫੇਰਨ ਦੀ ਸੇਵਾ ਹੈ, ਕਰ ਲਓਗੇ? ਮਹਾਰਾਜ ਕਰ ਲਾਂਗਾ। ਗਾਗਰ ਢੋਣ ਦੀ ਸੇਵਾ ਹੈ, ਬਾਬਾ ਅਮਰਦਾਸ ਕਰ ਲਓਗੇ? ਇੱਕੋ ਹੀ ਵਚਨ ਕਿਹਾ ਹੱਥ ਜੋੜ ਕੇ, ਜੇ ਤੁਸੀਂ ਸਿਰ ਤੇ ਹੱਥ ਰੱਖੋ ਮੈਂ ਇਹ ਵੀ ਸੇਵਾ ਕਰ ਲਾਂਗਾ। ਮਹਾਰਾਜ 60 ਸਾਲ ਦਾ ਬੁੱਢਾ ਜ਼ਰੂਰ ਹੈ, ਜੇ ਤੁਸੀਂ ਸਿਰ ਤੇ ਹੱਥ ਰੱਖੋ ਮੈਂ ਇਹ ਵੀ ਸੇਵਾ ਕਰ ਲਾਂਗਾ। ਮਾਫ ਕਰਿਓ, ਇੱਥੇ ਕਿਹੜਾ ਬੰਦਾ ਜੀ ਜਿਹੜਾ ਝਾੜੂ ਦੀ ਸੇਵਾ ਮੰਗਣ ਆਉਂਦਾ 2-4 ਸਾਲ ਆਉਣਗੇ ਤੇ ਫਿਰ ਸੇਵਾ ਪਤਾ ਕਿਹੜੀ ਮੰਗਦੇ ਨੇ? ਇਹ ਮੁੱਖ ਸੇਵਾਦਾਰ ਵਾਲੀ ਕਦੋਂ ਖਾਲੀ ਹੋਣੀ ਹੈ, ਉਹ ਮੰਗਦੇ ਨੇ। ਮੈਨੂੰ ਇੱਕ ਬੰਦਾ ਬਾਹਰ ਹੈਮਿਲਟਨ ਮਿਲਿਆ ਕੈਨੇਡਾ, ਉਹ ਬੜਾ ਪਿਆਰ ਵਾਲਾ ਆਉਂਦਾ ਰਿਹਾ। ਉਹ ਕਹਿੰਦਾ ਬਾਬਾ ਜੀ ਮੈਂ ਵੀ ਕਮੇਟੀ 'ਚ ਆਉਣਾ ਚਾਹੁੰਦਾ। ਮੈਂ ਕਿਹਾ ਵੀ ਕਮੇਟੀ ਵਾਲਿਆਂ ਨਾਲ ਗੱਲ ਕਰ, ਕਿਵੇਂ ਆਉਂਦੇ ਨੇ? ਉਹਨੇ ਫਿਰ ਕਮੇਟੀ ਵਾਲਿਆਂ ਨਾਲ ਸਾਂਝ ਪਾਈ। ਉਹ ਕਹਿੰਦਾ ਵੀ ਮੈਨੂੰ ਵੀ ਕਮੇਟੀ 'ਚ ਰੱਖੋ। ਉਹ ਕਹਿੰਦੇ $500
ਮੈਂਬਰਸ਼ਿਪ ਹੈ, ਤੂੰ ਵੀ ਕਮੇਟੀ ਦਾ ਮੈਂਬਰ ਬਣ ਜਾਏ, ਕੀ ਹੈ। $500 ਮੈਂਬਰਸ਼ਿਪ ਹੈ ਤੇ ਤੁਸੀਂ ਹੈਰਾਨ ਹੋਵੋਗੇ, ਅਜੇ ਬੰਦਾ ਪਹਿਲੀ ਦੂਜੀ ਚੌਥੀ ਵਾਰ ਗੁਰਦੁਆਰੇ ਆਇਆ, ਉਹਨੇ ਮੰਗ ਪਤਾ ਕੀ ਰੱਖੀ, ਕਹਿੰਦਾ $500 ਮੈਂਬਰਸ਼ਿਪ ਹੈ। ਇਹ ਦੱਸੋ ਪ੍ਰਧਾਨਗੀ ਦੇ ਕਿੰਨੇ ਪੈਸੇ ਆ? ਇਹ ਦੱਸੋ ਵੀ ਪ੍ਰਧਾਨਗੀ ਦੇ ਕਿੰਨੇ ਪੈਸੇ ਆ? ਜੇ 5000 ਵੀ ਦੇਣਾ ਪਵੇ ਮੈਨੂੰ ਸਿੱਧਾ ਪ੍ਰਧਾਨ ਲਾਓ। ਹੁਣ ਮਾਫ ਕਰਿਓ, ਗੁੱਸਾ ਨਾ ਕਰਿਓ, ਇਹ ਸੇਵਾ ਹੈ ਗੁਰੂ ਦੇ ਘਰ ਵਿੱਚ? ਜਦੋਂ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਆਉਂਦੇ ਨੇ, ਇਹ ਸੇਵਾ ਨਹੀਂ ਹੈ। ਇੱਕੋ ਹੀ ਸੇਵਾ ਝਾੜੂ ਦੀ ਸੇਵਾ ਹੈ। ਬਾਬਾ ਅਮਰਦਾਸ ਜੀ ਕਰ ਲਓਗੇ? ਮਹਾਰਾਜ ਕਰ ਲਾਂਗਾ। ਗਾਗਰ ਢੋਣ ਦੀ ਸੇਵਾ ਕਰ ਲਓਗੇ? ਕਹਿੰਦੇ ਮਹਾਰਾਜ ਸਿਰ ਤੇ ਹੱਥ ਰੱਖੋ, ਕਰ ਲਾਂਗਾ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਚਲੋ ਸੇਵਾ ਕਰੋ। ਹੁਣ ਲੋਕ ਲਾਜ ਛੱਡ ਦਿੱਤੀ, ਕੁੜਮਾਂ ਦੇ ਘਰ ਝਾੜੂ ਫੇਰਦੇ ਨੇ। ਲੋਕੀ ਗੱਲਾਂ ਕਰਨ ਲੱਗ ਪਏ, ਉਹ ਬੁੱਢੇ ਵੇਰੇ ਬੱਚੇ ਰੋਟੀ ਨਹੀਂ ਦਿੰਦੇ ਹੋਣੇ, ਕੁੜਮਾਂ ਦੇ ਬੈਠਾ। ਬੁੱਢੇ ਵੇਰੇ ਬੱਚੇ ਘਰ ਵਿੱਚ ਪੁੱਛਦੇ ਨਹੀਂ ਹੋਣੇ, ਕੁੜਮਾਂ ਦੇ ਘਰ ਝਾੜੂ ਦਿੰਦਾ, ਕੁੜਮਾਂ ਦੇ ਘਰ ਭਾਂਡੇ ਮਾਂਜਦਾ, ਕੁੜਮਾਂ ਦੇ ਘਰ ਗਾਗਰ ਢਾਉਂਦਾ। ਪਹਿਲਾਂ ਲੋਕੀ ਪਿੱਠ ਪਿੱਛੇ ਗੱਲਾਂ ਕਰਦੇ ਰਹੇ, ਸਮਾਂ ਲੰਘਦਾ ਗਿਆ, ਲੋਕੀ ਮੂੰਹ ਤੇ ਵੀ ਕਹਿਣ ਲੱਗ ਪਏ ਅਮਰਦਾਸ ਆ ਗਿਆ, ਲੈ ਕੁੜਮਾਂ ਦੇ ਘਰ ਝਾੜੂ ਫੇਰਦਾ। ਕੰਨਾਂ ਨਾਲ ਸੁਣਦੇ ਰਹੇ, ਲੋਕਾਂ ਦਾ ਅਸਰ ਨਹੀਂ ਕੀਤਾ। ਲੋਕ ਲਾਜ ਤਿਆਗ ਦਿੱਤੀ। ਜਿੱਦਣ ਲੋਕਾਂ ਦੀ ਸ਼ਰਮ ਤਿਆਗ ਕੇ ਸੇਵਾ ਕੀਤੀ, ਉਦਣ ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਏ। ਲੋਕਾਂ ਦੀ ਲਾਜ, ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਲੋਕਾਂ ਦੀ ਸ਼ਰਮ ਛੱਡ ਕੇ ਸੇਵਾ ਕਰੀ। ਲੋਕੀ ਕੀ ਕਹਿੰਦੇ ਛੱਡਦੇ? ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਰੱਬ ਨੂੰ ਮਿਲਣ ਦੀ ਨਿਸ਼ਾਨੀ ਪੜੋ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਕੀ ਨਿਸ਼ਾਨੀ ਹੈ? ਕਹਿੰਦੇ ਮਨ ਤਨ ਅਰਪ ਤਜ ਲਾਜ ਲੋਕਾਨੀ, ਲੋਕਾਂ ਦੀ ਲਾਜ ਛੱਡ ਦੇ, ਜੇ ਰੱਬ ਨੂੰ ਮਿਲਣਾ ਫਿਰ ਸੇਵਾ ਕਰ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਇੱਕ ਵਾਰ ਪੜੋ, ਪੰਕਤੀ ਸੌਖੀ ਹੈ, ਤੁਹਾਨੂੰ ਯਾਦ ਰਹੇਗੀ। ਇਹ ਲਾਜ ਛੱਡਣੀ ਹੈ ਵੇ ਲੋਕੀ ਕੀ ਕਹਿਣਗੇ। ਮੈਂ ਸਰਪੰਚੀ ਦੇ ਅਹੁਦੇ ਤੇ ਬੈਠੇ ਬੰਦੇ ਜੋੜੇ ਝਾੜਦੇ ਵੇਖੇ ਨੇ, ਮੈਂ MLA ਬਣੇ ਹੋਏ ਬੰਦੇ ਭੇਖ ਬਦਲ ਕੇ ਜੋੜੇ ਸਾਫ਼ ਕਰਦੇ ਵੇਖੇ ਨੇ, ਜਿਨ੍ਹਾਂ ਦੇ ਅੰਦਰ ਭਾਵਨਾ ਹੈ। ਇਹ ਨਹੀਂ ਵੀ ਸਾਰੇ ਬੰਦੇ ਮਾੜੇ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹਨੀ ਲੋਕਾਂ ਦੀ ਲਾਜ ਨਹੀਂ ਰੱਖੀ, ਉਹਨੂੰ ਫਿਰ ਵਡਿਆਈ ਵੀ ਬਹੁਤ ਮਿਲੀ ਹੈ। ਪੜੋ ਇੱਕ ਵਾਰ ਪਿਆਰ ਨਾਲ। ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲ ਗੱਜ ਕੇ। ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਅਰਪ ਤਜ। ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ ਪ੍ਰਭ। ਆਖੋ ਵਾਹਿਗੁਰੂ, ਫਿਰ ਆਖੋ ਜੀ ਸਤਨਾਮ ਸ੍ਰੀ। ਪਹਿਲੀ ਸ਼ਰਮ ਛੱਡਣੀ ਹੈ ਲੋਕਾਂ ਦੀ ਲਾਜ। ਲੋਕੀ ਜੋ ਮਰਜ਼ੀ ਕਹਿਣ, ਸੇਵਾ ਕਰਨੀ ਨਾ ਛੱਡੀ। ਲੋਕੀ ਜੋ ਮਰਜ਼ੀ ਕਹਿਣ, ਝਾੜੂ ਫੇਰਨਾ ਨਾ ਛੱਡੀ। ਉਹ ਲੋਕੀ ਜੋ ਮਰਜ਼ੀ ਕਹਿਣ, ਜੋੜੇ ਝਾੜਨੇ ਨਾ ਛੱਡੀ। ਇਹ ਸੇਵਾ ਨੇ ਤੇਰਾ ਲੋਕ ਸੁਖੀ ਪਰਲੋਕ ਸੁਹਿਲਾ ਕਰਨਾ ਹੈ। ਦੂਜੀ ਸ਼ਰਮ ਉਹ ਹੈ ਜਿਹੜੀ ਰੱਖਣੀ ਹੈ।
वो पता की है, जिन्हें धर्मी बनना, जिन्हें धर्म पालना, उन्होंने अखां की शर्म रखनी पैंदी है। धर्मी बंदे दे अखां विच शर्म है। वो साध संगत गल्लां दी नहीं भी लोकी कहण तां फिर शर्म आउंदी है। वो लोकां तो अखां दी शर्म रखदा है, गलत कर्म तो अपने आप नूं बचाउंदा है। वो संसार विच अखां दी शर्म रखदा है। जिहड़े बंदे अंदर धर्म दी ये अखां दी शर्म ना रवे, वो धर्म भी नहीं रहिंदा उहदा। इसलिए जिन्हें नाम जपना, उन्होंने इन्हां अखां ते भी कंट्रोल रखना पैंदा है। पराए तन ते पराए धन उत्ते मैली नज़र रखोगे, तुहाडा जप नहीं चलना, जो मर्जी बाणी पढ़ी जाओ। अखां दी शर्म होनी चाहिए है। जे इन्हां अखां दी शर्म खत्म हो गई, धर्म भी खत्म हो जाता है। इसलिए पातशाह कहते हैं शर्म धर्म दोए छप खलोए। ये नहीं कहा वे धर्म ते शर्म, पहला शर्म कहे, कहते शर्म धर्म दोए छप खलोए। कूड़ फिरे प्रधान वे लालो। भाई ਉਹਦੇ अंदर कूड़ बढ़ जाता है। ਜਿਹੜਾ बंदा शर्म गवा ले, पहला अखां दी शर्म गवाचदी है, फिर दूजे दे धन नूं लुट लैंदा है, दूजे दीयां चीज़ां ते कब्जा करदा है। पहला अखां दी वेखण दी शर्म खत्म हुंदी है, फिर बंदे दा मन ते तन विकारी हो जाता है। इसलिए लोकां दी ये शर्म रखनी है कि लोकी मैनू माड़े कर्म बारे, मैं गुरु दा भेख धारण कीता है, लोकी ये ना कहणो गुरु दा बाणा पा के की करदा है। ये शर्म होनी चाहिए। एक नुकता मैं तुहाडे समक्ष रखां। साडे नाल 3 कीर्तनी जथे किसी कीर्तन समागम ते इकट्ठे चले। जदों असीं इस राह उत्ते तुरे ना, बहुत कुछ तुहानूं सिੱਖਣ ਨੂੰ मिलदा जे सिੱਖਣਾ होवे। वो कीर्तनी जथे बजुर्ग सी, पुराने सी, मैं उन्हां विच नवां सी। ਤਾਂ ਸਾਧ ਸੰਗਤ 2 ਗੱਡੀਆਂ ਕੀਤੀਆਂ ਹੋਈਆਂ। ਅਸੀਂ ਫਿਰੋਜ਼ਪੁਰ ਕੀਰਤਨ ਦਰਬਾਰ ਤੇ ਇਕੱਠੇ ਲੁਧਿਆਣਿਓਂ ਤੁਰੇ। ਜਿਹੜਾ ਤਬਲਾ ਵਜਾਉਣ ਵਾਲੇ ਹੁੰਦੇ ਨੇ ਕੀਰਤਨ ਦੇ ਨਾਲ, ਤਬਲੇ ਵਾਲੇ, ਤੁਹਾਨੂੰ ਪਤਾ ਉਹ ਚਮੜੇ ਦਾ ਤਬਲਾ ਹੁੰਦਾ ਤੇ ਵਜਾਉਣ ਵਾਲੇ ਦੀ ਕਈ ਵਾਰ ਇੱਥੋਂ ਉਂਗਲੀ ਜਿਹੜੀ ਹੈ ਉਹ ਜ਼ਖਮੀ ਹੋ ਜਾਂਦੀ ਹੈ, ਥੋੜੀ ਫਟ ਜਾਂਦੀ। ਤਾਂ ਉਹ ਤਬਲਾ ਵਜਾਉਣ ਵਾਲੇ ਨੇ ਕਿਹਾ, ਕਹਿੰਦਾ ਕੋਈ ਮੈਡੀਕਲ ਸਟੋਰ ਵੇਖਿਓ, ਮੈਂ ਬੈਂਡਡ ਲੈਣੀ ਹੈ ਜਿਹੜੀ ਹੱਥ ਤੇ ਉਂਗਲੀ ਤੇ ਲਾਈ ਦੀ। कहना जे कदे मैडिकल स्टोर होया रोक्यो। अच्छा, वो ड्राइवर ने ध्यान दिता, सामने लाल अखरां च लिखिया होया दवाइयां मैडिकल स्टोर। उन्हें गड्डी रोक लई। गड्डी रोकी तो तबला बजाउण वाला एकदम गड्डी च उतर के भज के मैडिकल स्टोर ते बेंडर लैन चला लग्या। वो 2 रुपए की आनी सी, उन्हें 5-10 रुपए दी 5-4 लैनियां। इन्ने नूं एक बजुर्ग कीर्तनीए की नज़र पई। मैडिकल स्टोर दे नाल असी वेख्या नहीं, लाल अखरां च लिखिया होया सी ठेका शराब देसी बीयर अंग्रेजी, इदां कुछ लिखिया सी, ठेका शराब देसी। वो बजुर्ग कीर्तनीया ड्राइवर नूं कहंदा गड्डी तोर अगे चल। कहना जी वो आ रहा, कहना वो आपे तुर के आ जाऊगा। गड्डी तोरी ते 10-20 दुकानां अगे जाके खिलारती। वो बेचारा भज के गया, उन्होंने तो 1 मिनट भी नहीं लगा। उन्हें बेंडड दियां 2-3 पट्टियां लईयां। जदों वापस आया गड्डी उत्थे है नहीं, उन्होंने तुर के आउणा पिया। गर्मी के दिन सी। तो गड्डी विच बह के औखा होके बोलिया, कहना तुसीं मिनट भी नहीं रुके, मैनू इन्ना गर्मी च तुरना पिया, 10-20 दुकानां अगे आउणा पिया, गड्डी क्यों तोर लई? ते वो बजुर्ग कीर्तनीए ने कहा, सज्जणा तैनूं पता है मैडिकल स्टोर दे नाल शराब दा ठेका सी। किसे बंदे ने ये नहीं सी कहना इन्हीं मैडिकल स्टोर तो कोई दवाई लई है। जदों चिट्टे कपड़े वेखने सी कहना वो बाबियां दी गड्डी खड़ी है, लगदा बोतलां लईआं ने। साध संगत लाज रखनी पैंदी है। एक काम दे मुताबिक, बाणे दे मुताबिक शर्म रखनी पैंदी है। लोकी किते ये ना कहण बाबियां दी गड्डी ठेके मुरे खड़ी सी। जेड़े बंदे नूं जिम्मेवारी मिल जाए, कोई धर्म दा आगू बन जाए, उहनूं लोकां दी शर्म भी रखनी पैंदी है। जिन्नी देर आम बंदा है वो ताश वालियां कोल बह के ताश भी खेडदा है, जिद्दण जिम्मेवारी मिल जाए उहनूं शर्म रखनी पैंदी है। आम बंदा पिंड दा होवे ताश दी ढाणी च बह सकदा है, जिद्दण पिंड वाले चुन के पंच बना देना, चुने हुए पंच नूं ताश खेडण वालियां च नहीं बहना चाहिए। आम बंदा बह के किसे कोल खा पी लवे, गल्लां करे, ढाणियां च बैठे शराब पीवे, अलग गल है। जदों पिंड दे 50 बंदे चुन के किसे नूं पंच बना देण, वो फिर ढाणियां च नहीं बहिंदा। पता क्यों? ਉਹਦੀ ਜ਼ਿੰਮੇਵਾਰੀ ਵੱਧ गई। उन्हें कल नूं लोकां दे फैसले कराने ने,
जे वो बंदा ताश खेडण वालियां च बैठेगा कल नूं फैसला नहीं करा सकेगा, ਉਹਦੇ ਮੂੰਹ ਤੇ ਲੋਕੀ ਕਹਿਣਗੇ ਬਹਿ ਜਾ ਆਰਾਮ ਨਾਲ, ਤੂੰ ਤਾਂ ਖੁਦ ਤਾਸ਼ ਖੇਡਦਾ, ਤੂੰ ਖੁਦ ਸਾਡੇ ਨਾਲ ਸ਼ਰਾਬ ਪੀਂਦਾ। ਜਦੋਂ ਜ਼ਿੰਮੇਵਾਰੀ ਮਿਲ ਜਾਏ ਫਿਰ ਸ਼ਰਮ ਰੱਖਣੀ ਪੈਂਦੀ ਹੈ। ਜਿਹੜੇ ਬੰਦੇ 'ਚ ਸ਼ਰਮ ਨਾ ਰਵੇ ਧਰਮ ਦੀ ਦੁਨੀਆ 'ਚੋਂ ਧਰਮ ਗਵਾ ਲੈਂਦਾ। ਇਸ ਲਈ ਇੱਕ ਸ਼ਰਮ ਰੱਖਣੀ ਪੈਂਦੀ, ਸ਼ਰਮ ਧਰਮ ਦੋਏ ਛੱਪ ਖਲੋਏ, ਕੋੜ ਫਿਰੇ ਪ੍ਰਧਾਨ ਵੇ ਲੱਲੋ। ਅੱਖਾਂ ਦੀ ਸ਼ਰਮ ਗਵਾਉਣੀ ਨਹੀਂ ਚਾਹੀਦੀ, ਦੂਜੀ ਲਾਜ ਛੱਡਣੀ ਚਾਹੀਦੀ ਹੈ। ਸੇਵਾ ਕਰਦਿਆਂ ਲੋਕੀ ਜੋ ਮਰਜ਼ੀ ਕਹਿਣ ਫਿਰ ਨਹੀਂ ਕੋਈ ਪਰਵਾਹ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ। ਬਾਬੇ ਅਮਰਦਾਸ ਨੂੰ ਲੋਕੀ ਮਿਹਣੇ ਮਾਰਦੇ ਰਹੇ, ਪਹਿਲਾਂ ਪਿੱਠ ਪਿੱਛੇ ਕਹਿੰਦੇ ਰਹੇ, ਜਦੋਂ ਲੰਬਾ ਸਮਾਂ ਹੋ ਗਿਆ ਮੂੰਹ ਤੇ ਵੀ ਕਹਿਣ ਲੱਗ ਪਏ। ਆ ਕੁੜਮਾਂ ਦੇ ਘਰ ਬੈਠਾ 2 ਰੋਟੀਆਂ ਲਈ, ਲੈ ਕੁੜਮਾਂ ਦੇ ਘਰ ਝਾੜੂ ਫੇਰਦਾ, ਉਹ ਕੁੜਮਾਂ ਦੇ ਜੂਠੇ ਭਾਂਡੇ ਮਾਂਜਦਾ, ਆਪਣੇ ਕੁੜਮ ਦਾ ਇਸ਼ਨਾਨ ਕਰਾਉਣ ਲਈ ਪਾਣੀ ਭਰ ਭਰ ਕੇ ਲਿਆਉਂਦਾ। ਲੋਕੀ ਮੂੰਹ ਤੇ ਕਹਿੰਦੇ ਰਹੇ ਪਰ ਬਾਬੇ ਅਮਰਦਾਸ ਤੇ ਅਸਰ ਨਾ ਹੋਇਆ। ਮਨ ਅਰਪਣ ਕਰਕੇ ਸੇਵਾ ਕੀਤੀ। ਫਿਰ ਬਾਣੀ ਪੜ੍ਹ ਕੇ ਵੇਖਿਓ, ਗੁਰੂ ਅਮਰਦਾਸ ਮਹਾਰਾਜ ਨੂੰ ਨਿਰੰਕਾਰ ਕਿਹਾ ਭੱਟਾਂ ਨੇ, ਰੱਬ ਦਾ ਰੂਪ ਕਹਿਤਾ। ਔਰ ਬਾਬੇ ਸੱਤੇ ਬਲਵੰਡ ਨੇ ਕਿਹਾ ਵੱਡੇ ਵੱਡੇ ਝੱਖੜ ਝੁੱਲ ਗਏ, ਨੇਰੀਆਂ ਤੂਫਾਨ ਆਏ, ਬਾਬਾ ਅਮਰਦਾਸ ਸੁਮੇਰ ਪਰਬਤ ਦੀ ਤਰ੍ਹਾਂ ਖੜੇ ਰਹੇ। ਸਾਧ ਸੰਗਤ, ਜਦੋਂ ਨੇਰੀ ਝੱਖੜ ਆਉਂਦੇ ਨੇ ਕਈ ਵਾਰ ਬਿਲਡਿੰਗਾਂ ਵੀ ਡਿੱਗ ਪੈਂਦੀਆਂ ਨੇ। ਜਦੋਂ ਨੇਰੀ ਝੱਖੜ ਤੂਫਾਨ ਆਉਂਦੇ ਨੇ ਕਈ ਵਾਰ ਘਰ ਵੀ ਉਜੜ ਜਾਂਦੇ, ਛੱਤਾਂ ਉੱਡ ਜਾਂਦੀਆਂ, ਬਿਲਡਿੰਗਾਂ ਡਿੱਗ ਪੈਂਦੀਆਂ ਨੇ। ਪਰ ਸੱਜਣੋ, ਕਿੰਨਾ ਵੀ ਤੇਜ਼ ਤੂਫਾਨ ਚੱਲ ਜਾਏ ਸੁਮੇਰ ਪਰਬਤ ਨਹੀਂ ਕਦੇ ਹਿਲਦਾ। ਤੇ ਬਾਬੇ ਸੱਤੇ ਬਲਵੰਡ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ, ਗੁਰੂ ਅਮਰਦਾਸ ਸੁਮੇਰ ਪਰਬਤ ਦੀ ਤਰ੍ਹਾਂ ਖੜੇ ਰਹੇ। ਵੱਡੇ ਵੱਡੇ ਨੇਰੀਆਂ ਝੱਖੜ ਤੂਫਾਨ ਆਏ, ਲੋਕਾਂ ਨੇ ਮਿਹਣਿਆਂ ਦਾ ਝੱਖੜ ਚਲਾ ਦਿੱਤਾ, ਪਰ ਗੁਰੂ ਅਮਰਦਾਸ ਤੇ ਅਸਰ ਨਹੀਂ ਹੋਇਆ। ਉਹ ਸੁਮੇਰ ਪਰਬਤ ਦੀ ਤਰ੍ਹਾਂ ਖੜੇ ਰਹੇ। ਇਸ ਲਈ ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਏ। ਬਚਨ ਪੜੋ, ਬਾਬਾ ਸੱਤਾ ਬਲਵੰਡ ਲਿਖਦੇ, ਕਹਿੰਦੇ ਝੱਖੜ ਵਾਓ ਨਾ ਡੋਲਈ, ਝੱਖੜ ਵਾਓ ਨਾ ਡੋਲਈ, ਪਰਬਤ ਮੇਰਾਣ। ਗੁਰੂ ਅਮਰਦਾਸ ਮਹਾਰਾਜ ਪਰਬਤ ਦੀ ਤਰ੍ਹਾਂ ਖੜੇ ਰਹੇ। ਲੋਕੀ ਜਿੰਨੇ ਮਰਜੀ ਮਿਹਣੇ ਮਾਰਨ, ਪਰ ਬਾਬੇ ਅਮਰਦਾਸ ਨੇ ਸੇਵਾ ਨਹੀਂ ਛੱਡੀ। ਇੱਕ ਦਿਨ ਵਕਤ ਆ ਗਿਆ, ਸੇਵਾ ਸਿਮਰਨ ਕਰਦਿਆਂ ਬਾਬੇ ਅਮਰਦਾਸ ਦੀ ਰਸਨਾ ਤੇ ਗੁਰੂ ਨਾਨਕ ਵਸ ਗਏ। ਕਿੱਦਣ ਪਤਾ ਲੱਗਾ ਖਡੂਰ ਸਾਹਿਬ ਦੇ ਲੋਕਾਂ ਨੂੰ? ਕਦੋਂ ਪਤਾ ਲੱਗਾ ਖਡੂਰ ਦੇ ਲੋਕਾਂ ਨੂੰ ਬਾਬਾ ਅਮਰਦਾਸ ਰੱਬ ਹੋ ਗਿਆ? ਉਹ ਬਾਬੇ ਅਮਰਦਾਸ ਦੀ ਜ਼ੁਬਾਨ ਤੇ ਗੁਰੂ ਨਾਨਕ ਬਹਿ ਗਏ ਨੇ। ਜਿੱਦਣ ਅੰਮ੍ਰਿਤ ਵੇਲੇ ਸਵੇਰੇ ਤੇਜ਼ ਹਵਾਵਾਂ ਵਗਦੀਆਂ ਨੇ, ਗਾਗਰ ਚੁੱਕੀ ਹੋਈ ਹੈ, ਸੇਵਾ ਲੈ ਕੇ ਆ ਰਹੇ ਨੇ, ਤੇਜ਼ ਹਵਾ ਹਨੇਰੇ ਵਿੱਚ ਨਜ਼ਰ ਨਾ ਪਿਆ, ਪੈਰ ਉਖੜ ਗਿਆ, ਖੱਡੀ 'ਚ ਪੈਰ ਵੱਜਦਿਆਂ ਡਿੱਗ ਪਏ। ਪਿੱਤਲ ਦੀ ਗਾਗਰ ਥੱਲੇ ਡਿੱਗੀ, ਖੜਾਕ ਹੋਇਆ ਪਰ ਪਾਣੀ ਨਹੀਂ ਡੁੱਲਣ ਦਿੱਤਾ। ਅੰਦਰੋਂ ਆਵਾਜ਼ ਆਈ, ਇੱਕ ਬੰਦਾ ਬੋਲਦਾ ਆਪਣੇ ਘਰ ਵਾਲੀ ਨੂੰ, ਆ ਬਾਹਰ ਕੌਣ ਹੈ? ਤੇ ਸਾਧ ਸੰਗਤ, ਉਹਦੇ ਘਰ ਵਾਲੀ, ਜੁਲਾਏ ਦੇ ਘਰ ਵਾਲੀ ਬੋਲੀ, ਕਹਿੰਦੀ ਜੀ ਪੈ ਜਾਓ ਆਰਾਮ ਨਾਲ, ਗੁਰੂ ਅੰਗਦ ਦੇਵ ਦਾ ਕੁੜਮ ਹੋਣਾ, ਅਮਰੂ ਨਿਥਾਮਾ ਹੈ, ਜਿਹੜਾ 2 ਰੋਟੀਆਂ ਲਈ ਬੁੱਢੀ ਉਮਰ ਵਿੱਚ ਵੀ ਇਹਨਾਂ ਦੇ ਘਰ ਗਾਗਰਾਂ ਢੋਂਦਾ। ਜਦੋਂ ਕਿਹਾ ਨਾ ਅਮਰੂ ਨਿਥਾਮਾ ਹੈ, ਇੱਕ ਵਿਦਵਾਨ ਲਿਖਦਾ, ਕਹਿੰਦੇ ਉਹਦੀ ਜ਼ੁਬਾਨ ਤੋਂ ਨਿਕਲਿਆ, ਜੇ ਅਮਰੂ ਬੇਨਵਾ ਹੋਗਾ ਨਾ ਕਬਹੂ ਚੈਨ ਧਰਤਾ ਹੈ, ਬੇਗਾਰਾ ਹੋ ਤੋ ਐਸਾ ਹੋ। ਇਹ ਬਿਨਾਂ ਕਿਸੇ ਕੰਮ ਤੋਂ ਵਿਗਾਰ ਭਰੀ ਜਾਂਦਾ। ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਅਮਰੂ ਨਿਥਾਮਾ, ਅਮਰੂ ਬੇਨਵਾ, ਇੱਕਦਮ ਮਨ 'ਚ ਰੋਸ ਆਇਆ, ਹੁਣ ਤਾਂ 12 ਸਾਲ ਹੋ ਗਏ ਗਾਗਰ ਢੋਂਦੇ, ਹੁਣ ਮੈਂ ਨਿਗੁਰਾ ਥੋੜੀ ਹੈ, ਹੁਣ ਤਾਂ ਮੈਂ ਥਾਂ ਵਾਲਾ ਹੋ ਗਿਆ। ਉਹ 12 ਸਾਲ ਪਹਿਲਾਂ ਕਿਸੇ ਨਾਥ ਜੋਗੀ ਸੰਨਿਆਸੀ ਨੇ ਕਿਹਾ ਸੀ ਤੂੰ ਨਿਗੁਰਾ ਹੈ, ਹੁਣ ਤਾਂ 12 ਸਾਲ ਹੋ ਗਏ, ਹੁਣ ਤੇ ਥਾਂ ਵਾਲਾ ਹੋ ਗਿਆ। ਮਨ 'ਚ ਰੋਸ ਭਰਿਆ, ਅੰਦਰੋਂ ਆਵਾਜ਼ ਆਈ, ਇੱਕ ਗੱਲ ਕਹੀ, ਕਿਆ ਭਗਤੀ ਹੈ ਕਮਲੀ ਗੁਰੂ ਕੀ ਸ਼ਾਨ में। अंदरों एक कुछ निकले, ये क्या भक्ति है कमली गुरु की शान में। उसी वक्त हो गई पागल, इशारा हो तो ऐसा हो, जुबान तो कमली कहने दी देर सी, जलाए दे घर वाली कमली हो गई। दिन चलिया, रौला पै गया, कहते ओदा दिमाग पागल हो गया। ਉਹਦੇ ਘਰ ਵਾਲੇ ਨੇ ਕਿਹਾ ਇਹਨੇ ਸਵੇਰੇ ਬਾਬੇ ਅਮਰਦਾਸ ਦੀ ਨਿੰਦਿਆ ਕੀਤੀ ਤਾਂ ਹੋਇਆ। ਇਕੱਠੇ ਹੋ ਕੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਲੈ ਆਏ, ਮੱਥਾ ਟੇਕਿਆ, ਮਹਾਰਾਜ ਉਹ ਤੁਹਾਡਾ ਕੁੜਮ ਜਿਹੜਾ ਗਾਗਰ ਢੋਂਦਾ, ਬਾਬੇ ਅਮਰਦਾਸ ਸਾਡੇ ਘਰ ਮੋਰੇ ਡਿੱਗ ਪਿਆ,
इतों कुछ कह हो गया, उन्हें पता नहीं मोहरों की कहा, मेरे घर वाली पागल हो गई। महाराज बच्चे छोटे छोटे ने, भला करो, श्री गुरु अंगद देव महाराज ने धन बाबा अमरदास साहब नूं बुलाया। 72 साल की उम्र हो गई उस बाबे अमरदास दी। 72 साल की उम्र, धन बाबा अमरदास बिरध शरीर आ गए। ते गुरु अंगद साहब बोले, कहने बाबा अमरदास आ विचारी नूं की कह दिता? हाथ जोड़ के कहा, महाराज मैं की कहना, मैं तो डिग पिया सी सवेरे। महाराज मैं तो इन्ना कहा, मेरे गुरु की शान विच क्यों बोलदी है कमलिए, हुण तो मैं थां वाला हो गया। पातशाह मैं की कहना, मैं तो डिग पिया सी। श्री गुरु अंगद देव महाराज तखत उठे, अखां दे हंझू वेख के बाबे अमरदास दे हंझू साफ किते, घुट के गल नाल ला के एक गल कही, बाबा अमरदास अज तो बाद संजीदगी नाल बोलिया करो, तुहाडी रसना ते गुरु नानक वस गए ने। बाबा अमरदास अज तो बाद संजीदगी नाल बोलिया करो, तुहाडी रसना ते गुरु नानक दा वासा हो गया। ते धन गुरु अंगद देव महाराज बोले, कहंदे बाबा अमरदास मैं 12 सालों तो उਡੀक कर रहा सी, अमरदास इन्ना कुछ लैके डिगे, उदण अमरदास नूं चुक के तखत दा मालक बना दा। उदणे पातशाह ने कहा, बाबा बुढ़ा साहब बाबे अमरदास साहब दा इशनान कराओ। अपना चोला गुरु अंगद देव महाराज ने दिता, ये चोला बाबे अमरदास नूं पहना के लेके आओ। धन गुरु अमरदास महाराज नूं 72 साल की उम्र में श्री गुरु अंगद देव महाराज का चोला पवा के तख्त सिंघासन ते बिठाया। उदन भट्ट हाथ जोड़ के कहन लग पे, आप नारायण कला धार, जग में परवरियो, निरंकार आकार जोत जग मंडल करियो। उदन भट्टा ने कहा, असीं लभदे लभदे 1 साल लभदे रहे, सानू रब नहीं लभ्या, जे लभ्या तां गुरु अमरदास विचों लभ्या। रहो संत हो टोल साधबो तेरे डिठे, सन्यासी तपस्सी है मुखों ए पंडित मिठे। वर्ष एक हो फिरियो किने ने परचो लायो, कहते हो कहती सुनी रहत को खुशी ना आयो। अज जदों रब लभ्या ते गुरु अमरदास साहब चो लभ्या, ते साध संगत तख्त सिंघासन दे मालक बनाए। उदन गुरु अंगद देव महाराज बोले, निमाणियां दे मान गुरु अमरदास, बोलो निताणियां दे ताण गुरु अमरदास, निओटियां दी ओट गुरु अमरदास, ने गत्तियां दी गत गुरु अमरदास, ने पत्तियां दी पत गुरु अमरदास, ने थामियां दे थां गुरु अमरदास, ने तिरियां दी तिर गुरु अमरदास। ओए जेदा कोई ना होवे ओदा गुरु अमरदास। इन्नियां वड्डियां 12 बख्शिशां गुरु अंगद देव महाराज ने कीतियां। ते साध संगत इतिहास पढ़ के वेख्यो, जिहदा कोई भी ना होवे ना, सचमुच ओदा गुरु अमरदास है। कोई अंदरों भावना नाल जाके वेखे, जिहदा कोई नहीं ओदा गुरु अमरदास बन जांदा है। इतिहास पढ़ो, श्री गुरु अमरदास महाराज के चरणों में भैरोवाल धर्मशाला तो एक कोड़ी नूं लियांदा संगत ने। जदों कोड़ी नूं लियांदा ना, वो कोड़ी की नीड पता की है, लोड़ पता की है, 2 वक्त की रोटी। उन्हें संगत नूं कहा, तुसी मेरी इन्नी सेवा की है, तुसी कित्थे चले हो? लाहौर की संगत ने कहा, असीं गोइंदवाल साहब चले हैं। कहने अच्छा, गोइंदवाल साहब रोटी मिल जाती 2 वक्त? गोइंदवाल साहब प्रशादा मिल जाता है? एक सिख ने कहा, ओ कोड़िया, गोइंदवाल साहब कला प्रशादा नहीं हो मिलता, गोइंदवाल साहब जाके तो गुरप्रसाद भी मिलता है। गोइंदवाल साहब कला प्रशादा नहीं, गोइंदवाल साहब जाके गुरु का प्रसाद भी मिलता है। कोड़िया कला रोटी ना मंगोए, जे तू गुरु कोलों मंग ले तेरा कोड़ भी हट सकता है। ਉਹਦੇ अंदर भावना पैदा हुई। वो प्रेमे कोड़ी नूं संगत लैके गोइंदवाल साहब आ गई। श्री गुरु अमरदास महाराज के लंगर संगत ने उन्होंने प्रशादा छकाया। जदों इदां दीवान हाल में आए ना, सेवादार ने बाहर रोक दिता, भाई तेरे तो बदबू आउंदी है, तेरे कपड़ियां चों कोड़ दा मुश्क आउंदा है, तेरा शरीर फोड़ियां नाल फिंसियां नाल गलिया पिया, इत्थे बह जा, दर्शन ही करने ने। जदों गुरु अमरदास महाराज आउणगे तैनूं दर्शन करा दांगा। कहंदे ने बह गया। भाई संतोख सिंह लिखदे, कहंदे अज गुरु अमरदास महाराज ने रास्ता बदल लिया, कोड़ी नूं दर्शन ना दिते, सारा दीवान समाप्त होया, पातशाह पिछों आए ते पिछे चले गए।
सेवादार ने मेहना मार के कहो कोड़िया तेरे भाग माड़े होए, अज गुरु अमरदास महाराज उधरों आए तो उधर ही चले गए। एक सिख ने कहा कोई गल नहीं, कल फिर दीवान सजने ने तू लंगर छक रहा इत्थे। वो कोड़ी ने प्रशादा छकिया, एक दिन रहा, अगले दिन फिर दरवाजे च बह गया। गुरु अमरदास महाराज ने अज फिर रस्ता बदल लिया। 3 दिन गुरु अमरदास महाराज ने दर्शन नहीं दिते ते सेवादार ने मेहना मारिया, कोड़िया पता नहीं किदां दे कर्म कीते तू होए। ओ कोड़िया तेरे कर्म पता नहीं किदां दे ने, तेनू 3 दिन हो गए गुरु अमरदास महाराज दर्शन नहीं दिंदे, पता नहीं तेरे कर्म किन्ने क माड़े ने। अंदरों तीर वजया, बोलां दा मेहना वजया, मन भर के रो पिया, फुट फुट के रो के अखां तो तुर पिया कोड़ी। एक गल कहंदा, हे गुरु अमरदास, सुनिया सी जेदा कोई ना होवे ओदा गुरु अमरदास हुंदा है, मैनू तां तूं भी थां नहीं दित्ती। इन्नी क गल कह के कोड़ी तुर पिया, मिठा जिहा मेहना मार के 10 कदम तुरिया। कहंदे इन्ने नूं पिछों किसी ने आवाज मारी, ओ भाई प्रेमिया रुक जा बई। जदों कोड़ी ने पिछों परत के वेख्या ना ते साध संगत बिरद शरीर, चिट्टा शमश दाड़ा, धन गुरु अमरदास महाराज, नाल बाबा बुढ़ा साहब, भाई गुरदास साहब, गुरु दे सिख भाई बैलो, वो कट्ठे पातशाह दे नाल तुरे। हजूर ने आवाज दे के कहा, भाई रुक जा, कित्थे चले? पिछां परत के धाहां मार के रो पिया। कहना महाराज मेरे कर्म माड़े ने, 3 दिन हो गए तुसीं मैनूं दर्शन नहीं दिते। श्री गुरु अमरदास महाराज बोले, कहंदे ओ 30 साल हो चले तैनूं उडीकदे आ, तू 3 दिनां विच रुस के तुर पिया। 30 साल हो चले ने तैनूं उडीकदे आ, तू 3 दिनां विच ही रुस गया। चरनी ढह पिया, पातशाह मैनूं नहीं पता। श्री गुरु अमरदास महाराज बोले, कहंदे जदों तो तेरा जन्म होया तेरा संजोग गुरु नानक दे घर नाल सिੱਖੀ दा लिखिया होया, कहंदे कित्थे मुड़ चले हैं? 3 दिनां विच ही उदास हो गए। ਉਹਦੇ ਹੰਝੂ ਨਾ ਰੁਕਣ, ਧਾਹਾਂ ਮਾਰ ਕੇ ਰੋ ਪਿਆ। ਪਾਤਸ਼ਾਹ ਨੇ ਕਿਹਾ, ਬਾਬਾ ਬੁੱਢਾ ਸਾਹਿਬ ਬੌਲੀ ਸਾਹਿਬ ਤੋਂ ਜਲ ਲੈ ਕੇ ਆਓ। ਬੌਲੀ ਸਾਹਿਬ ਦਾ ਜਲ ਲਿਆਂਦਾ, ਉਹ ਕੋੜੀ ਦਾ ਇਸ਼ਨਾਨ ਕਰਾਇਆ, ਉਹਨੂੰ ਨਾਲ ਨਾਲ ਜਪਾਇਆ, ਬੋਲ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਕਿਹਾ, ਬਾਬਾ ਬੁੱਢਾ ਸਾਹਿਬ ਲਗਾਤਾਰ ਪ੍ਰੇਮੇ ਕੋੜੀ ਦਾ ਇਸ਼ਨਾਨ ਕਰਾਓ। ਬੌਲੀ ਦੇ ਜਲ ਨਾਲ ਰੋਜ਼ ਉਹਦਾ ਇਸ਼ਨਾਨ ਕਰਾਉਂਦੇ ਰਹੇ, रोज ਉਹਦੇ शरीर के कपड़े बदलते रहे। अज होर कल होर, 10 ਨੂੰ होर, 20 ਨੂੰ होर। कोड़ी बंदे का शरीर कंचन वर्गा नरुआ निकल आया। जदों कोड़ी तंदुरुस्त हो गया, सेवा करन लग पिया। वो नौजवान सेवा करन लग पिया, कदे लंगर में सेवा करे, कदे तप्पड़ झाड़े। 1 साल उन्होंने सेवा करदे हो गया। फिर इतिहास कहंदा है, एक दिन गुरु अमरदास महाराज ने कोल सद के कहा, कहंदे प्रेमिया तेरी सेवा परवान है, हुण तेरी शादी कर दईए। हथ जोड़ के चरना चुक गया, महाराज जिवें तुहाडा हुक्म है। पातशाह ने भरे दीवान विच आवाज दे के कहा, भाई आ नौजवान लड़के की असीं शादी करनी है, किसी की बच्ची विआउण दे योग होवे, रिश्ता करो भाई। कोई भी नहीं उठ्या। फिर आवाज दी, भाई किसी की बच्ची विआउण दे योग है, आ असीं नौजवान की शादी करनी है, भाई रिश्ता करो। जदों 3 बार कहण ते कोई ना उठ्या, फिर सब तो पिछों एक गरीब जिहा बंदा उठ के आया। ਉਹਦੇ कपड़े मैले ने, मोढे ते मैला जिहा परना धरिया। ਉਹਨੇ हथ जोड़ के अगे आके कहा, महाराज मेरी बच्ची विआउण दे योग है, मैं ਇਹਦੇ ਨਾਲ शादी करन लई तैयार हां, पर पातशाह मैं झूठ बोल के रिश्ता नहीं करना, एक गल सच दसनी है। पातशाह कहंदे भाई दस। वो बोलिया गुरु अमरदास महाराज नूं, कहना सच्चे पातशाह मेरी बच्ची ना जन्म तो थोड़ी जी घट मत वाली है। महाराज उन्होंने थोड़ी जी अकल घट है, उदा रोटी प्रशादा बना लैंदी है, झाड़ू पोचा काम उन्होंने सारे आउंदे ने, पर थोड़ी जी अकल घट है। उन्होंने मोटी मत करके मत्थो मत्थो सब कहंदे ने, पर पातशाह मेरी तां धी है, मैं किते तां विआहणी है, जे तुसीं नदर करो तां इहदे नाल शादी कर दईए। श्री गुरु अमरदास महाराज प्यार विच बोले, कहंदे साध शाबाश शाबाश भाई तू सच बोले। साध संगत ये तुसी भी याद रखियो, मैं पिछले साल भी बेनती की सी, रिश्ता करन लग्या कदे झूठ ना बोलो। क्यों?
ये गुड्डे गुड्डी का खेड नहीं सज्जनों, पूरी जिंदगी का सवाल है, ये पूरी लाइफ का सवाल है। बच्चों की शादी रिश्ते करन लगे कदे झूठ ना बोलो, बिच साफ रिश्ता होना चाहिए। ये बिजनेस व्यापार नहीं होना चाहिए। अध नालों वध पंजाब दे लोकां ने व्यापार करना शुरू कर दिता। तुसीं अपनी जिंदगी भी नरक बना ली, अपने बच्चों की जिंदगी भी नरक बना दी। मैं बाहर विदेशों च वेख्या, लालच बस हो के तुसीं बच्चों की जिंदगी नरक बना के रख दी। सोने वर्गियां बच्चियां उन्होंने मत्थे ते कलंक लाता, व्याही हुई है, पता क्यों? तुहाडे लालच करके कि बाहर जाना चाहिए, रिश्ता साफ सुथरा होना चाहिए। जे रिश्ता पसंद नहीं तो उहदे विच लालच नहीं करना चाहिए। जे करना फिर बाहर जाने की कोई गल नहीं, पर साफ सुथरा होना चाहिए, डील सही होनी चाहिए। हुण लोकी लालच बस इन्ने हो गए। अब पिछले थोड़े सालों तुसीं वेख्या, लड़कियां वाले दहाज मंगण लग पे, सीधा ही कहते ने 7 बैंड आए ने, दसो किन्ने पैसे लाओगे। 7 बैंड आए ने, और उत्थे जाके फिर जो हालात बाहर दे ने वो मैं तुहानूं दस नहीं सकता, तुहानूं सब कुछ पता है जो उस जगह ते हो रहा है। इधर धोखे हो रहे ने, 20-20 लाख रुपया लड़के वाले ला देंगे ने, लड़कियां सददियां नहीं। और किन्ने लोगों ने खुदकुशी की है। ये झगड़ा कलेश आपां लालच बस हो के इत्थों तक अपना गवा के बह गए धर्म। गुरु ग्रंथ साहिब महाराज नाल लावां भी झूठियां ले लईआं। कम से कम ये तो डर होना चाहिए। और जेड़े गुरु ग्रंथ साहिब दियां परकरमा करके लावां लईआं, गुरु नाल लावां क्यों झूठियां होईआं? गुरु दियां परकरमा करके झूठियां लावां ना लाओ। तुहानूं कनेडा अमेरिका तो मिल जाएगा, पर सुख ते सुकून नहीं मिलेगा। उत्थे जो हालात ने वो बयान नहीं किए जा सकते। हर 8वां 9वां बंदा डिप्रैशन का मरीज है। 24-24 साल दियां बच्चियां नूं डिप्रैशन हो गया। पता क्यों? ये टेंशनां वधा दित्तियां। मैं नहीं कहना बाहर ना जाओ, पर बच्चों नूं इधर पहलां चंगी तरह पढ़ाओ। घट्टो घट्ट ग्रैजुएशन करके बच्चे नूं बाहर कर लो। 1 साल में तुहाडा बच्चा उत्थे PR हो जाएगा। आ जिहड़ा 12 जिहियां पढ़ा के नाले क्लासां तोड़ रहे हो ना, ये बच्चों की जिंदगी नाल तुसीं खिलवाड़ कर रहे हो। उत्थे जो कुछ हो रहा है वो नहीं मैं दस सकता। बच्चों नूं बहुत मुश्किलां सहणियां पैंदियां। आपां लालच बस हो के ऐ ना करिए वे कनेडा अमेरिका ये तो थोड़े सालों च वेखिओ लोकी वापस आउणगे इत्थे नूं भज के, जो हालात बन गए। देश कोई माड़ा नहीं है, बंदे की नीयत विच खोट नहीं होनी चाहिए। साडी नीयत विच खोट हो गई। लोकी अपने घर उजाड़ रहे ने, डाइवोर्स कर रहे ने। देश माड़ा नहीं है, लोगों का रहन सहन माड़ा हो गया। लोगों का उत्थे कल्चर जाके बिगड़ गया, इसलिए लोग दुखी हो गए। श्री गुरु अमरदास महाराज ने 3 बार कहा शाबाश शाबाश भाई तू सच बोलिया, पढ़दा नहीं रखा। उन्हें कहा जी मेरी बच्ची की मत घट है, थोड़ी बचपन तो थोड़ी मोटी मत वाली। उन्होंने भोजन प्रशादा आउंदा है बनाउणा, झाड़ू पोचा कर लैंदी है, पर पातशाह थोड़ी जी ना अकल घट है, मोटी मत करके उन्होंने मत्थों कहीदा। सतगुरु प्यार च बोले, कहने भाई कित्थे है तेरी बच्ची? कहने जी मावां धीआं लंगर च सेवा करदियां। कहने बुला के लैके आ। सद लिया। जदों दोवें मावां धीआं नूं वो बंदा बुला के लियाया ना, उन्हें कहा छेती चल अपने घर वाली नूं, कहंदा अपनी मत्थों का रिश्ता शादी करन लगे गुरु अमरदास महाराज। मावां धीआं भांडे धोंदियां हाथ धो के आईयां गुरु दरबार। आउंदियां ओ माई ने मत्था टेक के पता की कहा? कहनी पातशाह किहदे नाल शादी करन लगे हो? नाल खड़े प्रेमे वाल इशारा किया, बई आ बच्चे नाल करनी है। ते साध संगत वो बीबी ने हाथ जोड़ के कहा सच्चे पातशाह ये ठीक है, लोकी कहंदे ने मेरी मत्थों नूं अकल घट है, लोकी कहंदे ने मेरी मत्थों दी मत मोटी है, लोकी कहंदे ने मत्थों नूं मत घट है, पर मेरी तां धी है, मेरे वास्ते तां सियाणी है, मेरे वास्ते तां राणी है। जिहदे नाल इहदा रिश्ता शादी करन लगे हो, इहदा कोई पिंड पता घर वार कित्थे दा रहण वाला महाराज ये तां दसो। जिहदे नाल शादी करन नूं कहंदे हो, इहदा कोई पिंड पता मां प्यो घर वार दसो। श्री गुरु अमरदास महाराज ने हुण प्रेमे वल मूँह घुमाया। कोड़ी तो ठीक होया प्रेमा, उहदे वल पातशाह ने वेख के कहा, कहने काका बेटा दस बई
तेरी शादी करनी है, लड़की वाले पुछदे ने तेरा पिंड पता, मां प्यो घर बाहर दस की है। वो रोन लग पिया। श्री गुरु अमरदास महाराज तखत उठ के खड़े हो गए, कहते रो क्यों रहे? कहना महाराज जे कोई घर बार मां प्यो हुंदा ते मैं कदों दा तुहानूं दस दिंदा। पातशाह कोड़ी जान के पता नहीं कदों दा मैनू घरों कढ़िया होया, ना मेरा कोई मां प्यो, ना घर बार, ना कोई पिंड पता। महाराज मेरा है ही कोई नहीं, मैं दसां की। श्री गुरु अमरदास महाराज ने रोंदियां वेख्या ना प्रेमे नूं, ते पातशाह ने घुट के बांह तो पकड़ के कलावे विच लैके गल नाल ला लिया। ओदे हंझू पुंजे। जदों ने कहा महाराज मेरा तुहाडे तो सिवाए कोई नहीं, ना मेरा मां प्यो, ना पिंड पता, ना कोई घरवार, मैं की दसां। श्री गुरु अमरदास महाराज बोले, कहंदे भाई गल सुनो बई लड़की वालियां नूं, कहंदे भाई गल सुनो, प्रेमे दा पिंड पता मां प्यो घर-बार चाहिदा? कहंदे सुनो, अज तो बाद प्रेमे दा घर-बार पिंड पता मां प्यो पुछना है। अज तो बाद प्रेमे दी मां भी गुरु अमरदास, प्यो भी गुरु अमरदास, घर भी गुरु अमरदास, बार भी गुरु अमरदास, पिंड ते पता भी गुरु अमरदास। दसो शादी करनी है कि नहीं करनी? जदों गुरु अमरदास महाराज ने इन्नी जिम्मेवारी लई ना, कहने प्रेमे दी मां भी गुरु अमरदास, प्यो भी गुरु अमरदास, घर भी गुरु अमरदास, बार भी गुरु अमरदास, पिंड भी गुरु अमरदास, पता भी गुरु अमरदास। दसो भाई शादी करनी है? वो चरना चुक गए महाराज। फिर महाराज साडी धी दा भी सब कुछ तुसी हो। पातशाह ने बच्ची दे सिर ते हथ रखिया। उस वक्त कहा बाबा बुढ़ा साहब सगन पाओ ते शादी दा दिन निश्चित करो। बाबा बुढ़ा साहब ने अरदास की, सगन पाया, दोवां बच्चों नूं प्यार दिता। उतों दूजे दिन शादी रख दी। दोवां दी आनंद कारज शादी हुई। ते जदों पातशाह ने संगत विच विआह कीता ना, धन गुरु अमरदास महाराज ने उदण दोवां दे सिर ते हथ रख के कहा, लै भाई तैनूं लोकी कोड़ी कहिंदे सी, तू गुरु दे घर दा शिंगार बन गया। लै धीए तैनूं लोकी मोटी मत वाली कहिंदे सी, जा तू गुरु दे घर दी शोभा बन गई। पातशाह ने वचन दे के कहा, आ मत्थो आ मुरारी, आ मत्थो आ मुरारी। तीन बार कह के हजूर ने वचन कहे, लै धीए जेड़े लोकी कहंदे सी मत्थो नूं अकल घट है, एक दिन वक्त आउणा है धीए तेरे कोलों लोकी अकल सिख के अपना जन्म सफल करनगे। जा धीए तेरी जुबान तो निकले बोल सुन के लोकी अपना जन्म सफल करनगे। पातशाह ने इन्नी बख्शिश की, नाल इशारा किया भैरोवाल चले जाओ, उत्थे बह के सिक्खी दा प्रचार करो। वक्त आएगा तुहाडी कुल पीढ़ी दी वडियाई गुरु रामदास साहब दे घर च वधेगी। वो उन्हां दी वंश वधी। गुरु अर्जन देव महाराज दे वेले उन्हां दे पुत्रे होए। 10वें पातशाह तक उन्हां दी सिक्खी चली। श्री गुरु अमरदास महाराज ने पहली प्रचारक पीड़ा ते मंजी मत्थो ते मुरारी दे नाम दिती। सिख कौम च जे पहली प्रचारक थापी ना, वो गुरु अमरदास महाराज ने मत्थो नूं जिम्मेवारी दी। जे पहला प्रचारक 22 मंजियां चो थापिया मुरारी नूं दिता, जेड़ा प्रेमा कोड़ी सी। जेदा कोई ना होवे ओदा गुरु अमरदास। निमाणियां दे मान गुरु अमरदास, न्योटियां दी ओट गुरु अमरदास। पर शर्त एक है, कोई गुरु अमरदास साहब दे चरनां च झुक जाए लाज छड्ड के। आकड़ नहीं गुरु नूं परवान। लिख के पातशाह ने दिता है कि गुर के ग्रह सेवक जो रहे, पढ़ो गुर के ग्रह सेवक जो, गुर की आज्ञा मन में सह, आपस को कर कश न जनावे, हर हर नाम हृदय सद, मन बेचे सतगुर के पास, तिस सेवक के कारज सेवा करत हुए ने कमी, तिस को होत परापत। फिर गुरु अमरदास महाराज ने लिखा, सुनो भाई सेवा किमें करनी। महाराज किमें? कहते हस्ती सिर ज्यों अंकस है, अहरण ज्यों सिर दे, मन तन आगे राख के,
ऊपी सेव करे, यूं गुरमुख आपने वारी है, सब राज श्रेष्ठ काले। पर शर्त एक है, अंदरों स्थिर होकर सेवा करे। ये ना होवे इत्थे भी सेवा की, अगले दिन किसी ने होर थां ते दस दिता, अगले दिन किसी ने कहा नागां वाली जगह ते दुध पा के आओ, फिर उधर भी चले गए। फिर किसी ने कहा धागे तवीत वाला बाबा, उधर भी चले गए। फिर गुरु को कुछ नहीं मिलना। सीधा ही गुरु ने कहा कि थिर कर ऐसो पढ़ो हर जन प्यारे, थिर कर वैसो हर जन प्यारे, थिर कर ऐसो गज के थिर कर सतगुर तुमरे काज सवारे, सतगुर तुमरे काज सवारे, सतगुर तुमरे गज के पढ़ो। थिर कर ऐसो हर जन प्यारे, थिर कर ऐसो हर जन प्यारे, थिर कर ऐसो हर थिर कर सतगुर तुमरे काज सवारे, सतगुर तुमरे काज सवारे, सतगुर तुमरे आखो सतनाम श्री। जदों गुरु ते विश्वास रख के सेवा करोगे, किहड़ी चीज़ है जिहड़ी सेवा चों नहीं मिलती? बहम भरम मिट जाते हैं, सब तो वड्डी गल।